ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਧਰਾ ਪਰ ਪੁੰਨ ਪੁੰਨ ਸੀਸਾ। ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਅੰਤਰਜਾਮੀ ਸੁੱਖਾਂ ਦੇ ਸਾਗਰ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਈਮਾਨ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਸਤਿਗੁਰੂ ਜੀ ਦੀ ਸਿਫਤ ਵਿੱਚ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਹੁਣ ਸਮਾਂ ਹੋ ਗਿਆ ਲੜੀਵਾਰ ਕਥਾ ਦਾ। ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਪਿਆਰ ਨਾਲ ਕਹੋ ਸ੍ਰੀ ਵਾਹਿਗੁਰੂ। ਫਿਰ ਕਹੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਸੁਭਾਈਮਾਨ ਹਨ। ਹੁਸੈਨੀ ਖਾਂ ਦਿਲਾਵਰ ਖਾਨ ਦਾ ਨੌਕਰ ਬੜਾ ਚੜ੍ਹ ਕੇ ਆ ਰਿਹਾ ਸੀ। ਰਸਤੇ ਵਿੱਚ ਗੋਪਾਲ ਗੁਲੇਰੀਏ ਦੇ ਨਾਲ ਝੜਪ ਹੋਈ ਜੀ। ਕਿਰਪਾਲ ਕਟੋਚੀਆ ਵੀ ਮਰ ਗਿਆ, ਹੁਸੈਨੀ ਖਾਂ ਵੀ ਮਰ ਗਿਆ ਜੀ। ਗੋਪਾਲ ਗੁਲੇਰੀਏ ਦੀ ਜਦੋਂ ਜਿੱਤ ਹੋਈ ਉਹ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜੀ। ਇੱਧਰੋਂ ਇਹ ਵੱਡੀ ਵਿਪਤਾ ਟਲੀ ਜੀ। ਥੋੜ੍ਹੇ ਸਮੇਂ ਬਾਅਦ ਹੀ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਤੀਸਰੇ ਸਾਹਿਬਜ਼ਾਦੇ ਦਾ ਜਨਮ ਹੋ ਗਿਆ ਜੀ। ਮਹਾਰਾਜ ਜੀ ਦੇ ਨਾਮ ਬਹੁਤ ਖੁਸ਼ੀ ਵਿੱਚ ਆ ਕੇ ਜੋਰਾਵਰ ਸਿੰਘ ਰੱਖਿਆ ਸੀਗਾ ਜੀ। ਇਹ ਕਥਾ ਪ੍ਰਸੰਗ ਪਿਛਲੇ ਦਿਨਾਂ ਵਿੱਚ ਆਪਾਂ ਨੇ ਸਰਵਣ ਕੀਤਾ। ਹੁਣ ਅੱਗੋਂ ਆਪਾਂ ਗੁਰੂ ਜੀ ਦੀ ਮਹਿਮਾ ਸਤਿਗੁਰੂ ਜੀ ਦੀ ਕਥਾ ਸਰਵਣ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੇ ਆਖੋ ਜੀ ਸਤਿਨਾਮ। ਹਾਂਜੀ। ਦੋਹਰਾ। ਸ਼੍ਰੀ ਕਲਗੀਧਰ ਆਨੰਦਪੁਰ ਬਿਲਸਤ ਬਹੁਤ ਬਿਲਾਸ। ਧੰਨ ਧੰਨ ਸੱਚੇ ਪਾਤਸ਼ਾਹ ਕਲਗੀਧਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਬਹੁਤ ਆਨੰਦ ਬਿਲਾਸ ਕੌਤਕ ਕਰ ਰਹੇ ਹਨ। ਜਿਤ ਕਿਤ ਤੇ ਬਹੁ ਗੁਣੀ ਨਰ ਸੁਣ ਜਸ ਆਵਤ ਪਾਸ। ਜਿੱਥੇ ਕਿੱਥੇ ਨਹੀਂ ਬੜੇ ਬੜੇ ਗੁਣੀ ਪੁਰਸ਼। ਇੱਕ ਹੁੰਦਾ ਆਮ ਪੁਰਸ਼ ਦੀ ਕੋਈ, ਇੱਕ ਹੁੰਦਾ ਗੁਣੀ ਬੰਦੇ ਦੀ।
ਜਿਨ੍ਹਾਂ ਵਿੱਚ ਵਾਹਿਗੁਰੂ ਨੇ ਬੜੇ ਗੁਣ ਪਾਏ ਨੇ ਜੀ। ਉਹ ਗੁਣੀ ਪੁਰਸ਼ ਵੀ ਸਤਿਗੁਰੂ ਜੀ ਦਾ ਜਸ ਜਦੋਂ ਸੁਣਦੇ ਉਹਨਾਂ ਦਾ ਜੀ ਕਰਦਾ ਵੀ ਆਪਾਂ ਦਰਸ਼ਨ ਕਰੀਏ ਜਾ ਕੇ ਜੀ। ਬੜੇ ਬੜੇ ਗੁਣਵਾਨ ਪੁਰਸ਼ ਜਿਹੜੇ ਆ ਨਾ ਜੀ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਵਿੱਚ ਆ ਰਹੇ ਹਨ। ਚੌਪਈ ਚੌਕੁੰਠਨ ਤੇ ਦੂਰ ਕੇ ਨੇਰੇ, ਚਾਰੇ ਕੁੰਟਾਂ ਤੋਂ, ਕੋਈ ਬਹੁਤ ਬਹੁਤ ਦੂਰੋਂ ਤੇ ਕਈ ਲਾਗਿਓਂ, ਹੋਏ ਕਿਸੋ ਗੁਣ ਵਿਖੇ ਬਡੇਰੇ। ਜਿਹਦੇ ਵਿੱਚ ਵੀ ਕੋਈ ਵਿਲੱਖਣ ਗੁਣ ਹੁੰਦਾ ਸੀ ਨਾ ਜੀ। ਗੁਣ ਵਾਹਿਗੁਰੂ ਦੀ ਦਾਤ ਹੈ ਜੀ। ਸਭ ਗੁਣ ਤੇਰੇ, ਸਭ ਗੁਣ ਤੇਰੇ। ਜਿੰਨੇ ਗੁਣ ਨੇ ਇਹ ਵਾਹਿਗੁਰੂ ਦੇ ਨੇ। ਸਾਧ ਸੰਗਤ ਜੀ ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਕਥਾ ਕਰਨਾ ਗੁਣ ਹੈ, ਇਹ ਵਾਹਿਗੁਰੂ ਦਾ ਗੁਣ ਹੈ, ਜਿਹਨੂੰ ਮਰਜ਼ੀ ਦੇ ਦੇ ਜੀ। ਉਹ ਕੀਰਤਨ ਕਰਨਾ ਗੁਣ ਹੈ, ਵਾਹਿਗੁਰੂ ਦਾ ਗੁਣ ਹੈ, ਜਿਹਨੂੰ ਮਰਜ਼ੀ ਦੇ ਦੇ। ਸੁਣਨਾ ਗੁਣ ਹੈ, ਵਾਹਿਗੁਰੂ ਦਾ ਗੁਣ ਹੈ, ਜਿਹਨੂੰ ਮਰਜ਼ੀ ਦੇ ਦੇ ਜੀ। ਇਸ ਤਰੀਕੇ ਨਾਲ ਚਾਰੇ ਕੁੰਡਾਂ ਤੋਂ ਬੜੇ ਬੜੇ ਗੁਣੀ ਪੁਰਸ਼, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਵਿਸ਼ੇਸ਼ ਗੁਣ ਸਨ। ਇੱਕ ਤੋਂ ਦਰਬ ਲਾਲਸਾ ਧਰੈ, ਇੱਕ ਤਾਂ ਉਹ ਇਸ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਵੀ ਮਹਾਰਾਜ ਗੁਣ ਦੀ ਕਦਰ ਕਰਦੇ ਆ, ਤੇ ਸਾਨੂੰ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਮਾਇਆ ਮਿਲੇਗੀ ਜੀ। ਹਾਂਜੀ। ਦੁਤੀਏ ਗੁਰਦਰਸ਼ਨ ਮੁੱਧ ਧਰੈ, ਦੂਜਾ ਉਹਨਾਂ ਨੂੰ ਇਹ ਹੁੰਦਾ ਸੀ ਵੀ ਇੱਕ ਤੇ ਮਾਇਆ ਮਿਲੇਗੀ ਤੇ ਦੂਜਾ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਉਹ ਆਪਣੀ ਕਹਾਵਤ ਹੈ ਨਾ, ਨਾਲੇ ਪੁੰਨ ਨਾਲੇ ਫਲੀਆਂ। ਦਰਸ਼ਨ ਕਰਕੇ ਤੇ ਪੁੰਨ ਹੈ, ਤੇ ਮਾਇਆ ਜਿਹੜੀ ਉਹ ਫਲੀਆਂ ਨੇ ਜੀ। ਹਾਂਜੀ। ਪਾਵੈ ਸੋਜ ਪਸਾਰੈ ਜਸ ਕੋ, ਪਾਵਹਿ ਸੌਜ ਪਸਾਰ ਹੈ ਜਸ ਕੋ। ਉਹ ਫਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਜੀ। ਮਹਾਰਾਜ ਉਹਨਾਂ ਨੂੰ ਬੜਾ ਕੁਝ ਦਿੰਦੇ, ਗੁਰੂ ਗੋਬਿੰਦ ਸਿੰਘ ਜੀ। ਉਹ ਫਿਰ ਮਹਾਰਾਜ ਦਾ ਜਸ ਕਰਦੇ ਜੀ, ਸਿਫਤਾਂ ਕਰਦੇ। ਤਿਉ ਤਿਉ ਆਏ ਸੁਨਾਵੈ ਰਸ ਕੋ, ਬੜੇ ਪਿਆਰ ਵਿੱਚ ਆ ਕੇ ਨਾ ਜੀ ਉਹ ਫਿਰ ਮਹਾਰਾਜ ਦਾ ਜਸ ਦੱਸਦੇ ਜੀ। ਵੇਖੋ ਇੱਕ ਹੰਸਾ ਕਵੀ ਸੀਗਾ ਜੀ, ਕੋਈ ਨਹੀਂ ਪੁੱਛਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਬੜੀ ਮਾਇਆ ਦਿੱਤੀ ਜੀ। ਉਹਦਾ ਨਾਮ ਹੰਸੇ ਤੋਂ ਹੰਸ ਰਾਮ ਰੱਖਿਆ ਜੀ। 18,000 ਸੋਨੇ ਦੀ ਮੋਹਰ ਉਸ ਕਵੀ ਨੂੰ ਦਿੱਤੀ ਸੀ ਸੱਚੇ ਪਾਤਸ਼ਾਹ ਜੀ ਨੇ ਜੀ। 18,000 ਸੋਨੇ ਦੀ ਮੋਹਰ ਦੀ। ਛੋਟੀ ਖੇਡ ਨਹੀਂ ਹੈਗੀ ਜੀ। ਪਤਾ ਨਹੀਂ ਕਿੰਨੇ ਕਿਲੋ ਸੋਨਾ ਬਣ ਜਾਏਗਾ ਜੀ। ਐਡੇ ਦਿਆਲੂ ਨੇ ਸੱਚੇ ਪਾਤਸ਼ਾਹ। ਗੁਣੀ ਪੁਰਸ਼ ਆਉਂਦੇ ਆ, ਸਤਿਗੁਰੂ ਜੀ ਉਹਨਾਂ ਨੂੰ ਮਾਇਆ ਦਿੰਦੇ ਆ, ਉਹ ਫਿਰ ਬਹੁਤਾ ਜਸ ਮਹਾਰਾਜ ਦਾ ਕਰਦੇ ਆ। ਹਾਂਜੀ। ਪੂਰਬ ਦੱਛਣ ਪੱਛਮ ਉੱਤਰ, ਭਾਵੇਂ ਕੋਈ ਪੂਰਬ ਦਾ ਇਲਾਕਾ ਹੈ, ਦੱਖਣ ਦਾ ਇਲਾਕਾ, ਪੱਛਮ ਦਾ, ਉੱਤਰ ਤੋਂ, ਪੰਡਤ ਕਰਤ ਪ੍ਰਸ਼ਨ ਦੇ ਉੱਤਰ। ਉਹ ਸਾਰੇ ਲੋਕ ਮਹਾਰਾਜ ਦੇ ਚਰਨਾਂ ਚ ਆਉਂਦੇ ਜੀ। ਕਈ ਐਸੇ ਲੋਕ ਨੇ ਜਿਨ੍ਹਾਂ ਦੇ ਮਨ ਵਿੱਚ ਸਵਾਲ ਨੇ ਜੀ। ਆਖੋ ਵਾਹਿਗੁਰੂ। ਇਸ ਤਰ੍ਹਾਂ ਦੀ ਫੌਜ ਵੀ ਹੁੰਦੀ ਹੈ ਜੀ। ਉਹਨਾਂ ਦੇ ਮਨ ਵਿੱਚ ਸਵਾਲ ਨੇ ਜੀ, ਉਹਨਾਂ ਦੇ ਜਵਾਬ ਚਾਹੁੰਦੇ ਆ। ਜਵਾਬ ਕਿਤੋਂ ਮਿਲਦੇ ਨਹੀਂ, ਤੇ ਗੁਰੂ ਜੀ ਦਾ ਜਸ ਸੁਣ ਕੇ ਉਹ ਆਨੰਦਪੁਰ ਸਾਹਿਬ ਆਉਂਦੇ ਆ ਜੀ। ਮਹਾਰਾਜ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਜੀ। ਹਾਂਜੀ। ਕਵਿਤਾ ਕਾਵ ਬਣਾਵਹਿ ਜੋਈ, ਫਿਰ ਜਿਹੜਾ ਕਵਿਤਾ ਬਣਾ ਲੈਂਦਾ ਜੀ, ਬੜੀ ਸੋਹਣੀ ਕਾਵ ਰਚਨਾ ਜਿਹੜਾ ਕਰਦਾ ਹੈ। ਨਵ ਰਸ ਸਹਿਤ ਵਿਪੋਖਨ ਕੋਈ, 9 ਰਸਾਂ ਵਾਲੀ ਕਵਿਤਾ ਜੀ, ਜਿਹਦੇ ਵਿੱਚ ਵੀਰ ਰਸ, ਹਾਸ ਰਸ, ਪ੍ਰੇਮ ਰਸ, ਸ਼ਿੰਗਾਰ ਰਸ, 9 ਰਸ ਹੈ ਜੀ। ਹਾਂਜੀ। ਸੋ ਆਏ ਚੱਲ ਸਤ ਗੁਰਦੁਆਰੇ, ਜਿਹੜਾ ਇਸ ਤਰੀਕੇ ਦੀ ਕਵਿਤਾ ਬਣਾ ਲੈਂਦਾ ਨਾ ਜੀ, ਤੇ ਜਿਨ੍ਹਾਂ ਦੀ ਲੋਕ ਕਦਰ ਨਹੀਂ ਕਰਦੇ, ਉਹ ਫਿਰ ਗੁਰੂ ਜੀ ਦੇ ਦਰਬਾਰ ਵਿੱਚ ਆਉਂਦੇ ਆ ਜੀ। ਉਹ ਮਹਾਰਾਜ ਦੇ ਚਰਨਾਂ ਵਿੱਚ ਆ ਜਾਂਦੇ ਆ। ਰੁਚਿਰ ਕਵਿਤ ਬਣਾਏ ਉਚਾਰੇ, ਤੇ ਬੜੀ ਸੋਹਣੇ ਸੋਹਣੇ ਨਾ ਕਵਿਤ ਬਣਾ ਕੇ ਸੁਣਾਉਂਦੇ ਮਹਾਰਾਜ ਨੂੰ। ਹਾਂਜੀ। ਸੁਣ ਪ੍ਰਸ਼ਨ ਹਵੈ ਦੇ ਧਨ ਰਾਸ, ਸੁਣ ਪ੍ਰਸੰਨ ਹੋਇਆ ਦੈਨ ਧਨ ਰਾਸ। ਸੁਣ ਕੇ ਮਹਾਰਾਜ ਖੁਸ਼ ਹੁੰਦੇ ਆ ਜੀ। ਹਾਂਜੀ।
ਵੇਖੋ ਕੋਈ ਕਿਸੇ ਵਿੱਚ ਗੁਣ ਹੈਗਾ ਜੀ, ਮਹਾਰਾਜ ਉਹਦੇ ਗੁਣ ਦੀ ਕਦਰ ਕਰਦੇ ਆ। ਆਖੋ ਵਾਹਿਗੁਰੂ। ਸਤਿਗੁਰੂ ਨੂੰ ਪਤਾ ਵੀ ਗੁਣ ਪਰਮੇਸ਼ਰ ਦੀ ਦਾਤ ਹੈ। ਜੇ ਕਿਸੇ ਵਿੱਚ ਗੁਣ ਹੈਗਾ ਤੇ ਸਮਝੋ ਪਰਮੇਸ਼ਰ ਨੇ ਬਖਸ਼ਿਆ ਹੈ। ਕੋਈ ਬੰਦਾ ਆ ਕੇ ਕਵਿਤਾ ਸੁਣਾਵੇ, ਮਹਾਰਾਜ ਉਹਨੂੰ ਮਾਇਆ ਦਿੰਦੇ ਆ। ਅੱਗੇ ਬੇਨਤੀ ਕੀਤੀ, ਹੰਸਾ ਨਾਮ ਦਾ ਕਵੀ ਆਇਆ, ਉਹਨੂੰ ਹੰਸਰਾਜ ਬਣਾ ਕੇ 1800 ਸੋਨੇ ਦੀ ਮੋਹਰ ਮਹਾਰਾਜ ਨੇ ਦਿੱਤੀ ਜੀ। ਕੁਝ ਵਿਦਵਾਨ 18,000 ਦੱਸਦੇ ਜੀ। ਗੁਰੂ ਸਾਹਿਬ ਦੀ ਦਿਆਲਤਾ, ਜੇ ਮੌਜ ਚਾਉਣ ਤੇ 18 ਲੱਖ ਵੀ ਦੇ ਦੇਣ ਜੀ। ਗਰੀਬਾਂ ਦੀ ਗਰੀਬੀ ਦੂਰ ਕਰ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ। ਸਾਦਰ ਨਿਤ ਰਾਖਤ ਗੁਰ ਪਾਸ। ਸੱਚੇ ਪਾਤਸ਼ਾਹ ਉਹਨਾਂ ਕਵੀਆਂ ਨੂੰ ਨਾ ਸਤਿਕਾਰ ਨਾਲ ਆਪਣੇ ਕੋਲ ਰੱਖ ਲੈਂਦੇ ਜੀ, ਆਪਣੇ ਪਾਸ ਰੱਖ ਲੈਂਦੇ। ਕੇਸ਼ਵ ਦਾਸ ਹੁਤੋ ਕਵੀ ਜੋਏ। ਇੱਕ ਕਵੀ ਸੀਗਾ ਜਿਹਦਾ ਨਾਮ ਸੀ ਕੇਸ਼ਵ ਦਾਸ। ਹਾਂਜੀ। ਭਇਓ ਬੁੰਦੇਲ ਖੰਡ ਮੈਂ ਸੋਏ। ਬੁੰਦੇਲ ਖੰਡ ਇਹ ਬਾਹਰ ਦਾ ਇਲਾਕਾ ਕਹਿ ਲਓ, ਉੱਥੋਂ ਦਾ ਉਹ ਜੰਮਪਲ ਸੀਗਾ ਜੀ। ਕੀ ਨਾਮ ਹੈ? ਕੇਸ਼ਵ ਦਾਸ। ਕਵੀ ਦਾ ਕੀ ਨਾਮ ਹੈ? ਹਾਂਜੀ। ਤਿਸ ਕੋ ਪੁੱਤਰ ਕੁਵਰ ਹੈ ਨਾਮੂ। ਉਹਦਾ ਬੜਾ ਸੋਹਣਾ ਪੁੱਤਰ ਹੈ ਜੀ ਇੱਕ, ਉਸ ਪੁੱਤਰ ਦਾ ਨਾਮ ਹੈ ਕੁਵਰ। ਹਾਂਜੀ। ਸੋ ਪੀ ਰਚਤ ਗਿਰਾ ਅਭਿਰਾਮੂ। ਉਹ ਵੀ ਬੜਾ ਸਿਆਣਾ ਸੀਗਾ ਜੀ। ਸਹਿਜੇ ਬੜੇ ਪਿਆਰ ਨਾਲ ਨਾ ਕੁੰਵਰ ਜਿਹੜਾ ਉਹ ਬੜੀ ਸੋਹਣੀ ਕਵਿਤਾ ਰਚ ਲੈਂਦਾ ਜੀ। ਥੋੜੇ ਜਿਹੇ ਸਮੇਂ ਵਿੱਚ ਬੜੀ ਸੋਹਣੀ ਕਵਿਤਾ ਰਚ ਲੈਂਦਾ ਜੀ। ਹਾਂਜੀ। ਤੁਰਕ ਕਰਨ ਅਵ ਰੰਗ ਚਿਤ ਚਾਹਿਓ। ਤੁਰਕ ਕਰਨ ਨਵ ਰੰਗ ਚਿਤ ਚਾਹਿਓ। ਆਖੋ ਵਾਹਿਗੁਰੂ। ਬਾਦਸ਼ਾਹ ਨੌਰੰਗਾ ਉਸ ਕੁੰਵਰ ਨੂੰ ਨਾ ਮੁਸਲਮਾਨ ਬਣਾਉਣਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀਗਾ ਔਰੰਗਜ਼ੇਬ ਵੀ ਐਡਾ ਵਧੀਆ ਗੁਣੀ ਬੰਦਾ ਮੁਸਲਮਾਨ ਹੋਣਾ ਚਾਹੀਦਾ ਹੈ। ਹਾਂਜੀ। ਗੁਨੀ ਅਧਿਕ ਹਿੰਦੁਨ ਮੈਂ ਲਹਿਓ। ਵੀ ਇਹ ਹਿੰਦੂ ਹੈ ਕੁੰਵਰ, ਹਿੰਦੂ ਬੰਦਾ ਐਡਾ ਗੁਣੀ ਹੋਵੇ, ਕਹਿੰਦਾ ਇਹਨੂੰ ਤਾਂ ਮੁਸਲਮਾਨ ਹੋਣਾ ਚਾਹੀਦਾ। ਜਬੈ ਕੁਵਰ ਸੁਧ ਇਸ ਵਿਦ ਪਾਈ। ਜਦੋਂ ਕੁੰਵਰ ਕਵੀ ਨੂੰ ਪਤਾ ਲੱਗਾ ਨਾ ਵੀ ਬਾਦਸ਼ਾਹ ਨੇ ਮੈਨੂੰ ਮੁਸਲਮਾਨ ਬਣਾ ਦੇਣਾ, ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰੇਗਾ, ਤਿਆਗ ਦੇਸ਼ ਕਰ ਗਇਓ ਪਲਾਈ। ਇਹ ਫਿਰ ਡਰਦਾ ਭੱਜਿਆ ਜੀ ਆਪਣੇ ਦੇਸ਼ ਵਿੱਚੋਂ ਦੀ, ਆਪਣੇ ਘਰੋਂ ਭੱਜ ਗਿਆ। ਹਿਰਦੇ ਵਿਚਾਰਿਓ ਬਸਨ ਸਥਾਨ। ਤੇ ਹਿਰਦੇ ਵਿਚਾਰਿਓ ਬਸਨ ਸਥਾਨ। ਇਹ ਸੋਚਦਾ ਵੀ ਮੈਂ ਹੁਣ ਕਿੱਥੇ ਰਵਾਂ। ਸਾਰੇ ਦੇਸ਼ ਵਿੱਚ ਤੇ ਔਰੰਗਜ਼ੇਬ ਦਾ ਹੁਕਮ ਚੱਲਦਾ, ਜਿੱਥੇ ਜਾਏਗਾ ਔਰੰਗਜ਼ੇਬ ਫੜ ਲੇਗਾ ਇਹਨੂੰ ਜੀ। ਹਾਂਜੀ। ਨਹਿ ਪ੍ਰਾਪਤ ਭਾ ਬੀਚ ਜਹਾਨ। ਸਾਰੇ ਦੇਸ਼ ਵਿੱਚ ਇਹਨੂੰ ਕੋਈ ਥਾਂ ਨਹੀਂ ਲੱਭਦੀ ਜਿੱਥੇ ਜਾ ਕੇ ਲੁਕ ਸਕੇ ਜੀ। ਕਵੀ ਬੜਾ ਵੱਡਾ, ਜਾਨ ਬਚਾਉਣਾ ਚਾਹੁੰਦਾ ਜੀ। ਕਈ ਵਾਰੀ ਗੁਣ ਵੀ ਬੰਦੇ ਲਈ ਜਾਨਲੇਵਾ ਸਾਬਤ ਹੋ ਜਾਂਦਾ ਜੀ। ਹਾਂਜੀ। ਸੁਨੀ ਹੁਤੀ ਸੁਧ ਸ਼੍ਰੀ ਗੁਰ ਕੇਰੀ। ਆਖੋ ਸ੍ਰੀ ਵਾਹਿਗੁਰੂ। ਸ਼੍ਰੀ ਵਾਹਿਗੁਰੂ। ਕੁੰਵਰ ਨੇ ਇਹ ਸੁਣਿਆ ਸੀ ਕਿ ਆਨੰਦਪੁਰ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਰਹਿੰਦੇ ਹਨ। ਇੱਕ ਸਮ ਨਿਭੈ ਸ਼ਕਤ ਕਨੇਰੀ। ਗੁਰੂ ਗੋਬਿੰਦ ਸਿੰਘ ਜੀ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਬਾਦਸ਼ਾਹ ਦਾ ਮੁਕਾਬਲਾ ਕਰ ਸਕਣ। ਬਾਕੀ ਸਾਰੇ ਬਾਦਸ਼ਾਹ ਦਾ ਡਰ ਮੰਨਦੇ ਆ। ਸਾਰੀ ਧਰਤੀ ਤੇ ਔਰੰਗਜ਼ੇਬ ਦਾ ਹੁਕਮ ਚੱਲਦਾ, ਜੇ ਨਹੀਂ ਚੱਲਦਾ ਤੇ ਆਨੰਦਪੁਰ ਨਹੀਂ ਚੱਲਦਾ। ਉਸ ਕਵੀ ਨੇ ਜਦੋਂ ਇਹ ਗੱਲ ਸੁਣੀ, ਦੁਰ ਕਰ ਦੂਰ ਦੂਰ ਨਿਤ ਚੱਲ ਕਰ। ਤੇ ਲੁੱਕ ਲੁੱਕ ਕੇ ਨਾ ਦੂਰ ਦੂਰ ਦੀਆਂ ਮੰਜ਼ਲਾਂ ਤੈਅ ਕਰਦਾ, ਲੁਕਦਾ ਹੋਇਆ ਪਹੁੰਚਿਓ ਆਨ ਆਨੰਦਪੁਰ ਹਿਤ ਕਰ। ਉਹ ਫਿਰ ਕਵੀ ਆਪਣੀ ਜਾਨ ਬਚਾਉਣ ਵਾਸਤੇ, ਆਪਣਾ ਭਲਾ ਕਰਨ ਵਾਸਤੇ ਉਹ ਕਵੀ ਆਨੰਦਪੁਰ ਸਾਹਿਬ ਪਹੁੰਚਿਆ ਜੀ। ਹੈ ਹਿੰਦੂ ਸੀ, ਨਾਮ ਹੈ ਕੁੰਵਰ, ਇਹਦੇ ਪਿਤਾ ਦਾ ਨਾਮ ਹੈ ਕੇਸ਼ਵ ਦਾਸ। ਹਾਂਜੀ।
ਰੁਚਿਰ ਕਵਿਤ ਕੇ ਤੁਕੇ ਕਰਕੇ ਹਾਂਜੀ। ਮਿਲਿਓ ਗੁਰੂ ਸਨ ਤਬੈ ਉਚਰ ਕੇ। ਇਹਨੇ ਫਿਰ ਮਹਾਰਾਜ ਦੀ ਮਹਿਮਾ ਵਿੱਚ ਕਵਿਤਾ ਲਿਖੀ ਦੀ ਇੱਕ ਜੀ, ਵੀ ਸਾਰੇ ਜੱਗ ਵਿੱਚ ਬਾਦਸ਼ਾਹ ਦਾ ਹੁਕਮ ਚੱਲਦਾ, ਜੇ ਕਿਸੇ ਤੇ ਨਹੀਂ ਚੱਲਦਾ, ਕਲਗੀਆਂ ਵਾਲੇ ਤੇ ਨਹੀਂ ਚੱਲਦਾ। ਇਹਨੇ ਮਹਾਰਾਜ ਦੀ ਸਿਫਤ ਲਿਖੀ ਦੀ, ਸਿਫਤ ਇੱਕ ਕਵਿਤਾ ਵਿੱਚ ਲਿਖੀ ਦੀ, ਤੇ ਸਤਿਗੁਰੂ ਜੀ ਦੇ ਸਾਹਮਣੇ ਹੋ ਕੇ ਨਾ ਇਹਨੇ ਫਿਰ ਉਹ ਕਵਿਤਾ ਮਹਾਰਾਜ ਨੂੰ ਸੁਣਾਈ ਦੀ। ਹਾਂਜੀ। ਬਿਨਾ ਆਸ ਦੇ ਗਇਓ ਅਲੰਬ। ਕਹਿਣ ਲੱਗਾ, ਮਹਾਰਾਜ ਮੈਨੂੰ ਕੋਈ ਆਸਰਾ ਨਹੀਂ ਹੈ ਇਸ ਸਮੇਂ, ਜਗਤ ਗੁਰੂ ਗੁਣ ਧਰੋ ਕਦੰਬ। ਬਸ ਤੁਹਾਡਾ ਆਸਰਾ ਹੈ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਸੀਂ ਜਗਤ ਦੇ ਗੁਰੂ ਹੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰ ਦਿਓ। ਜਗਤ ਗੁਰੂ ਗੁਣ ਧਰੋ ਕਦੰਬ। ਹਾਂਜੀ। ਸੁਨਾ ਨਿਥਾਵਨ ਕੀ ਤੁਮ ਥਾਨ। ਮੈਂ ਸੁਣਿਆ ਜਿਨ੍ਹਾਂ ਦੀ ਥਾਂ ਕਿਤੇ ਨਹੀਂ ਹੈਗੀ, ਉਹਨਾਂ ਦੀ ਥਾਂ ਆਨੰਦਪੁਰ ਵਿੱਚ ਹੈ। ਜਿਨ੍ਹਾਂ ਦਾ ਕੋਈ ਮਾਣ ਨਹੀਂ ਹੈ, ਉਹਨਾਂ ਦਾ ਮਾਣ ਆਨੰਦਪੁਰ ਵਿੱਚ ਹੈ। ਤੁਮ ਹੋ ਨਿਥਾਵਨ ਥਾਨ। ਅਰਦਾਸ ਵਿੱਚ ਆਪਾਂ ਪੜ੍ਹਦੇ ਤੇ ਬੜੀ ਵਾਰੀਆਂ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਗੁਰਮੁਖੋ ਇਹਨੂੰ ਮੰਨਣਾ ਵੀ ਹੈਗਾ ਜੀ। ਕਹਿੰਦਾ ਮਹਾਰਾਜ ਮੇਰੀ ਕੋਈ ਥਾਂ ਨਹੀਂ ਹੈਗੀ, ਪਰ ਮੈਨੂੰ ਤੁਸੀਂ ਲੱਭ ਗਏ ਤੇ ਸਮਝੋ ਮੈਨੂੰ ਥਾਂ ਲੱਭ ਗਈ ਹੈ। ਹਾਂਜੀ। ਸਦਾ ਨਿਮਾਨਣ ਕੇ ਬੜ ਮਾਨ। ਆਪ ਜੀ ਨਿਮਾਣਿਆਂ ਦੇ ਵੱਡੇ ਮਾਣ ਹੋ। ਵੇਖੋ ਨਾ ਜੀ, ਜਿਹਦਾ ਮਾਣ ਹੀ ਕੋਈ ਨਹੀਂ, ਜਿਹਨੂੰ ਪੁੱਛਦਾ ਕੋਈ ਨਹੀਂ, ਉਹਦੀ ਇੱਜ਼ਤ ਬਣਾ ਦੇਣੀ ਜੀ। ਇਹ ਸਤਿਗੁਰੂ ਜੀ ਦਾ ਕੰਮ ਹੈ। ਕੀੜਾ ਥਾਪ ਦੇ ਪਾਤਸ਼ਾਹੀ। ਹਾਂਜੀ। ਆਹੋ ਨਿਤਾਨਣ ਕੇ ਤੁਮ ਤਰਾਨ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਬਲ ਕੋਈ ਨਹੀਂ, ਤਾਕਤ ਕੋਈ ਨਹੀਂ, ਸਤਿਗੁਰੂ ਉਹਨਾਂ ਦੀ ਤਾਕਤ ਤੁਸੀਂ ਹੋ। ਹਾਂਜੀ। ਅਸ ਸ਼ੋਭਾ ਕੋ ਕਥੈ ਜਹਾਨ। ਲੋਕ ਇਹ ਜਸ ਦੱਸਦੇ ਆ, ਹੱਥ ਜੋੜਿਓ, ਆਖੋ ਨਿਮਾਣਿਆਂ ਦੇ ਮਾਣ ਗੁਰੂ ਗੋਬਿੰਦ ਸਿੰਘ, ਨਿਤਾਣਿਆਂ ਦੇ ਤਾਣ ਗੁਰੂ ਗੋਬਿੰਦ ਸਿੰਘ, ਨਿਆਸਰਿਆਂ ਦੇ ਆਸਰੇ ਗੁਰੂ ਗੋਬਿੰਦ ਸਿੰਘ, ਤੇ ਨਿਥਾਵਿਆਂ ਦੀ ਥਾਂ ਗੁਰੂ ਗੋਬਿੰਦ ਸਿੰਘ। ਉਹ ਕਹਿੰਦਾ ਮਹਾਰਾਜ ਮੈਂ ਦੁਨੀਆ 'ਚ ਸੁਣਿਆ ਸਿਫਤਾਂ ਤੁਹਾਡੀਆਂ। ਹਾਂਜੀ। ਸੁਣ ਸ਼੍ਰੀ ਪ੍ਰਭ ਸਾਦਰ ਬੈਠਾਇਓ। ਜਦੋਂ ਉਹਨੇ ਆ ਕੇ ਇੰਜ ਬੇਨਤੀ ਕੀਤੀ ਨਾ ਮਹਾਰਾਜ ਨੂੰ, ਉੱਚੀ ਬੋਲਿਆ, ਸਤਿਗੁਰੂ ਮੇਰੇ ਮਾਣ ਤੁਸੀਂ ਹੋ, ਮੇਰੇ ਤਾਣ ਤੁਸੀਂ ਹੋ, ਮੇਰਾ ਆਸਰਾ ਆਪ ਜੀ ਹੋ, ਮੇਰੀ ਥਾਂ ਆਪ ਜੀ ਹੋ। ਜਦੋਂ ਉਹਨੇ ਭਰੀ ਸਭਾ ਵਿੱਚ ਬੋਲ ਕੇ ਕਿਹਾ, ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਆਪਣੇ ਲਾਗੇ ਬਿਠਾਇਆ। ਆਪ ਮਹਾਰਾਜ ਕਹਿੰਦੇ ਬੜੀ ਵੱਡੀ ਗੱਲ 'ਚ ਜਿਹਨੂੰ ਮਹਾਰਾਜ ਆਪਣੇ ਲਾਗੇ ਬਿਠਾਉਣ ਨਾ ਜੀ, ਸਮਝੋ ਸੱਚਖੰਡ ਵਿੱਚ ਬਹਿ ਗਿਆ ਜੀ ਉਹ ਜੀ। ਸਤਿਗੁਰਾਂ ਨੇ ਉਹਨੂੰ ਆਪਣੇ ਲਾਗੇ ਬਿਠਾਇਆ। ਨਿਜ ਪ੍ਰਸੰਗ ਤਬ ਵਿਪਰ ਸੁਨਾਇਓ। ਮਹਾਰਾਜ ਕਹਿਣ ਲੱਗੇ, ਦੱਸ ਕੀ ਦੁੱਖ ਹੈ ਤੈਨੂੰ। ਉਸ ਬ੍ਰਾਹਮਣ ਨੇ ਫਿਰ ਸਾਰੀ ਗੱਲ ਬੋਲ ਕੇ ਆਪਣਾ ਦੁੱਖ ਸਤਿਗੁਰੂ ਜੀ ਨੂੰ ਸੁਣਾਇਆ। ਤੁਰਕ ਤੇਜ ਤੇ ਬਿਨ ਬਲ ਹਿੰਦੂ। ਕਹਿੰਦਾ ਸੱਚੇ ਪਾਤਸ਼ਾਹ, ਮਹਾਰਾਜ ਮੇਰੇ ਕੋ ਕਵਿਤਾ ਦਾ ਗੁਣ ਹੈ ਤੇ ਔਰੰਗਜ਼ੇਬ ਦਾ ਹੁਕਮ ਚੱਲਦਾ ਹੈ। ਹਾਂਜੀ। ਧਰਮ ਵਿਨਾਸ਼ਤ ਮੇਲਤ ਬ੍ਰਿੰਦੂ। ਮਹਾਰਾਜ ਉਹਨੇ ਅੱਗੇ ਬਣਿਆਂ ਦਾ ਧਰਮ ਨਾਸ ਕੀਤਾ। ਹਾਂਜੀ। ਮਹਾ ਤਰਾਸ ਤੇ ਮੈਂ ਚੱਲ ਆਇਓ। ਮੈਨੂੰ ਵੀ ਉਹਦਾ ਹੁਕਮ ਪਹੁੰਚਿਆ ਸੀ ਵੀ ਤੂੰ ਮੁਸਲਮਾਨ ਬਣੇਗਾ ਤੇ ਜਿਉਂਦਾ ਰਹੇਗਾ। ਹੁਣ ਮਹਾਰਾਜ ਮੈਂ ਡਰ ਗਿਆ, ਡਰਦਾ ਕਿੱਥੇ ਜਾਵਾਂ। ਗੁਰਮੁਖੋ ਸਾਨੂੰ ਵੀ ਪਤਾ ਨਹੀਂ, ਦੁੱਖਾਂ ਤੋਂ ਡਰ ਲੱਗਦਾ, ਰੋਗਾਂ ਤੋਂ ਡਰ ਲੱਗਦਾ, ਹਾਰ ਹੰਬ ਕੇ ਇੱਥੇ ਹੀ ਆਉਣਾ ਪੈਣਾ ਜੀ। ਕਹਿੰਦਾ ਮਹਾਰਾਜ ਦੱਸੋ ਮੈਂ ਕਿੱਥੇ ਜਾਵਾਂ। ਹਾਂਜੀ। ਚਾਹਤ ਆਪਣੋ ਧਰਮ ਬਚਾਇਓ। ਮੈਂ ਚਾਹੁੰਦਾ ਆ
ਮੇਰਾ ਧਰਮ ਬਚਿਆ ਰਵੇ। ਹਾਂਜੀ, ਸੁਣ ਸ਼੍ਰੀ ਸਤਿਗੁਰ ਧੀਰਜ ਦੀਨਾ। ਉਹਨੂੰ ਹੌਸਲਾ ਨਹੀਂ ਸੀਗਾ ਸਾਧ ਸੰਗਤ ਜੀ, ਘਬਰਾਇਆ ਹੋਇਆ ਸੀ ਨਾ ਜੀ, ਪਤਾ ਨਹੀਂ ਕੀ ਬਣੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਉਹਨੂੰ ਧੀਰਜ ਦਿੱਤਾ ਜੀ, ਤੇ ਧੀਰਜ ਦਾ ਤਰੀਕਾ ਵੇਖੋ ਮਹਾਰਾਜ ਦਾ ਜੀ, ਹੌਸਲਾ ਦਿੱਤਾ ਜੀ ਉਹਨੂੰ। ਹਾਂਜੀ, ਰੋਜ਼ ਰਜਤਪਣ ਪੰਚ ਸੌ ਕੀਨਾ। ਮਹਾਰਾਜ ਕਹਿਣ ਲੱਗੇ ਪਹਿਲਾਂ ਤਾਂ ਇਹ ਨਾ ਸੋਚੀ ਤੂੰ ਗਰੀਬ ਹੈ, ਤੂੰ ਗਰੀਬ ਨਹੀਂ ਹੈਗਾ। ਹਰ ਰੋਜ਼ 5 ਰੁਪਈਏ ਤੈਨੂੰ ਮਿਲਿਆ ਕਰਨਗੇ। ਉਰੋਂ ਚਾਂਦੀ ਦੇ ਸਿੱਕੇ ਹੁੰਦੇ ਸੀ ਰੁਪਈਏ ਜੀ। ਹੁਣ ਜਿਹਨੂੰ ਰੋਜ਼ ਉਸ ਸਮੇਂ 'ਚ ਜਦੋਂ ਰੁਪਈਆ ਨਹੀਂ ਸੀ ਕਿਸੇ ਕੋਲ ਹੁੰਦਾ, ਕਿਉਂਕਿ ਉਹ ਗੁਣੀ ਸੀਗਾ ਜੀ, 5 ਰੁਪਈਏ ਰੋਜ਼ ਮਹਾਰਾਜ ਕਹਿੰਦੇ ਤੈਨੂੰ ਦਿਆ ਕਰਾਂਗੇ। ਜਦੋਂ ਜੇਬ 'ਚ ਪੈਸੇ ਆ ਜਾਣ ਨਾ ਜੀ, ਅੱਧੀ ਚਿੰਤਾ ਤਾਂ ਵੈਸੇ ਬੰਦੇ ਦੀ ਦੂਰ ਹੋ ਜਾਂਦੀ ਜੀ, ਜੇਬ 'ਚ ਮਾਇਆ ਹੋਵੇ ਸਹੀ ਬੰਦੇ ਤੇ। ਹਾਂਜੀ, ਕਹਿਓ ਤੋਹੇ ਪਿਤ ਕਵੀ ਵਿਸਾਲਾ। ਮਹਾਰਾਜ ਕਹਿਣ ਲੱਗੇ ਸਾਨੂੰ ਤੇਰੇ ਪਰਿਵਾਰ ਦਾ ਵੀ ਪਤਾ ਹੈ। ਕੁੰਵਰ, ਤੇਰਾ ਪਿਤਾ ਕੇਸ਼ਵ ਦਾਸ ਬੜਾ ਵੱਡਾ ਕਵੀ ਹੈ। ਮਹਾਰਾਜ ਕਹਿਣ ਲੱਗੇ ਰਚੀ ਆਦ ਕਵ ਪ੍ਰਿਆ ਰਸਾਲਾ। ਮਹਾਰਾਜ ਕਹਿਣ ਲੱਗੇ ਉਹਨੇ ਪਹਿਲਾਂ ਵੀ ਕਵ ਪ੍ਰਿਆ ਨਾਮ ਦਾ ਗ੍ਰੰਥ ਲਿਖਿਆ। ਕਹਿਣ ਲੱਗੇ ਹੁਣ ਤੇ ਸਾਨੂੰ ਪਤਾ ਹੀ ਨਹੀਂ ਨਾ, ਸਾਡੇ ਵੱਡਿਆਂ ਦਾਨਿਆਂ ਸਿਆਣਿਆਂ ਗੁਰਮੁਖਾਂ ਨੇ ਬੜੇ ਬੜੇ ਗ੍ਰੰਥ ਲਿਖੇ ਆ, ਪਰ ਆਪਾਂ ਖੋਲ ਕੇ ਵੀ ਨਹੀਂ, ਖੋਲ ਕੇ ਤੇ ਦੱਸੋ, ਛੱਡੋ, ਸਾਨੂੰ ਨਾਮ ਵੀ ਨਹੀਂ ਪਤਾ ਜੀ। ਚਲੋ ਹੋਰ ਗੱਲਾਂ ਛੱਡ ਦਈਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 22 ਵਾਰਾਂ ਲਿਖੀਆਂ, ਜਿਹਦੇ ਵਿੱਚ ਸਿੱਖੀ ਦੀ ਸਾਰੀ ਵਿਆਖਿਆ ਲਿਖੀ ਹੈ। ਦੱਸੋ ਕਿਹੜਾ ਸਿੱਖ ਪੜ੍ਹਦਾ ਜੀ? ਕਿਹੜਾ ਸਿੱਖ ਪੜ੍ਹਦਾ ਜੀ? ਭਾਈ ਗੁਰਦਾਸ ਜੀ ਨੇ ਸਾਡੇ ਲਈ ਲਿਖੀਆਂ ਜੀ। ਮਹਾਰਾਜ ਕਹਿਣ ਲੱਗੇ ਵੀ ਤੇਰਾ ਪਿਤਾ ਕਵੀ ਸੀਗਾ, ਕਹਿਣ ਲੱਗੇ ਬੜਾ ਵੱਡਾ। ਹਾਂਜੀ, ਗ੍ਰੰਥ ਮਹਾਭਾਰਤ ਮਨ ਭਾਵੈ। ਹਾਂਜੀ, ਕਵਗਨ ਤੇ ਪਾਖਾ ਬਨਵਾਵੈ। ਮਹਾਰਾਜ ਕਹਿਣ ਲੱਗੇ ਮਹਾਭਾਰਤ ਗ੍ਰੰਥ ਦਾ ਤੇਰੇ ਪਿਤਾ ਨੇ ਉਲੱਥਾ ਕੀਤਾ ਜੀ। ਹੁਣ ਸਾਡੇ ਸਿੱਖ ਕਹਿੰਦੇ ਨਾਮ ਵੀ ਨਾ ਲਓ ਮਹਾਭਾਰਤ ਦਾ। ਮਹਾਰਾਜ ਸਾਰੀ ਜਾਣਕਾਰੀ ਰੱਖਣ ਦੇ ਆ ਜੀ। ਗੱਲ ਤਾਂ ਹੈਗੀ ਸਿੱਖਿਆ ਲੈਣੀ ਹੈ ਜੀ। ਕਾਕਾ ਰੱਖ ਦੋ, ਕੰਮ ਕਰੋ। ਹਾਂਜੀ, ਇਮ ਕਹਿ ਰਾਖਿਓ ਨਿਕਟ ਹਮੇਸ਼ਾ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਤੂੰ ਸਾਡੇ ਕੋਲ ਰਿਹਾ ਕਰ। ਉਹਨੂੰ ਪਿਆਰ ਕੀਤਾ ਸਤਿਗੁਰਾਂ ਨੇ ਤੇ ਆਪਣੇ ਕੋਲ ਸਦਾ ਵਾਸਤੇ ਰੱਖ ਲਿਆ। ਸੁਨ ਕਵ ਆਵਨ ਲੱਗੇ ਵਿਸ਼ੇਸ਼ਾ। ਹੋਰ ਵੀ ਬੜੇ ਬੜੇ ਕਵੀ ਸਤਿਗੁਰੂ ਜੀ ਦੇ ਕੋਲ ਆਉਂਦੇ ਜੀ, ਬੜੇ ਬੜੇ ਮਹਾਨ ਕਵੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਜੀ। ਦਰਬ ਬਰਿੰਦ ਦੇ ਰਾਖੈ ਤੀਰ। ਵੇਖੋ ਸ਼ੌਂਕ ਹੈ ਮਹਾਰਾਜ ਦਾ। ਸਤਿਗੁਰੂ ਉਹਨਾਂ ਨੂੰ ਮਾਇਆ ਦਿੰਦੇ ਆ ਤੇ ਮਾਇਆ ਦੇ ਕੇ ਆਪਣੇ ਕੋਲ ਰੱਖਦੇ। ਨਹੀਂ ਤੇ ਬੰਦਾ ਕਵੇ ਕਵੀ ਹੋਣ ਆਪਣੇ ਘਰ ਹੋਣ, ਅਸੀਂ ਕਿਉਂ ਪੈਸੇ ਦਈਏ? ਪਰ ਸੱਚੇ ਪਾਤਸ਼ਾਹ ਮਾਇਆ ਦੇ ਕੇ ਕਵੀ ਰੱਖਦੇ ਜੀ ਕੋਲ ਜੀ। ਹਾਂਜੀ, ਪਰਚੈ ਤਿਨਕੇ ਸੰਗ ਸਧੀਰ। ਫਿਰ ਧੀਰਜਵਾਨ, ਮਹਾਰਾਜ 'ਚ ਨਾ ਧੀਰਜ ਬਹੁਤ ਹੈ। ਧੀਰਜਵਾਨ ਸੱਚੇ ਪਾਤਸ਼ਾਹ ਸਦਾ ਉਹਨਾਂ ਨਾਲ ਬਚਨ ਬਲਾਸ 'ਚ ਲੱਗੇ ਹੀ ਰਹਿੰਦੇ। ਗੁਰੂ ਗੋਬਿੰਦ ਸਿੰਘ ਜੀ ਬਾਣੀ ਸ੍ਰੀ ਗੁਰ ਆਪ ਬਨਾਵੈ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਬਾਣੀ ਬਣਾਉਂਦੇ, ਉਚਾਰਦੇ ਸਤਿਗੁਰੂ ਜੀ। ਵੇਖੋ ਆਪਾਂ ਮਹਾਰਾਜ ਦੀ ਬਾਣੀ ਤੇ ਬਹੁਤ ਘੱਟ ਪੜ੍ਹਦੇ। ਗੁਰੂ ਗੋਬਿੰਦ ਸਿੰਘ ਜੀ ਦੀ ਆਖੋ ਸ੍ਰੀ ਵਾਹਿਗੁਰੂ। ਇਹ ਤੇ ਸਾਡੇ ਪੁਰਖਿਆਂ ਨੇ ਕਿਰਪਾ ਕੀਤੀ। ਜਦੋਂ 5 ਬਾਣੀਆਂ ਦਾ ਨਿਤਨੇਮ ਬਣਾਇਆ ਤਾਂ 3 ਬਾਣੀਆਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪਾਤੀ ਵਿੱਚ। ਜੇ ਕਿਤੇ ਜਾਪ ਸਾਹਿਬ ਦਾ ਨਿਤਨੇਮ ਕਰਨ ਦਾ ਹੁਕਮ ਨਾ ਹੁੰਦਾ ਤੇ ਸਿੱਖਾਂ ਘੱਟ ਹੀ ਜਾਪ ਸਾਹਿਬ ਪੜ੍ਹਨਾ ਹੈਗਾ ਜੀ। ਕਿੰਨੇ ਪੜ੍ਹਨਾ ਸੀ ਜਾਪ ਸਾਹਿਬ? ਜੇ ਚੌਪਈ ਸਾਹਿਬ ਪੜ੍ਹਨ ਦਾ ਹੁਕਮ ਨਾ ਹੁੰਦਾ ਤਾਂ ਕਿੰਨੇ ਚੌਪਈ, ਕਿੰਨੇ ਸੁਦਾ ਸਵਈਏ ਪੜ੍ਹਨੇ ਸੀਗੇ ਜੀ। ਇਹ ਤਾਂ ਸਾਡੇ ਪੁਰਖਿਆਂ ਨੇ ਬਰਾਬਰ ਰੱਖੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਦਸਮ ਗ੍ਰੰਥ ਜੀ ਦੀ। ਵੇਖੋ ਰਹਿਰਾ ਸਾਹਿਬ ਕਰਦੇ ਆ, ਅੱਧੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਅੱਧੀ ਦਸਮ ਗ੍ਰੰਥ ਜੀ ਦੀ ਬਾਣੀ ਹੈ। ਰਹਿਰਾ ਸਾਹਿਬ ਜੀ
ਸੋ ਗੁਰੂ ਸਾਹਿਬ ਆਪ ਬਾਣੀ ਉਚਾਰਦੇ ਹਨ। ਚੰਡ ਚਰਿਤਰ ਆਦ ਗਨ ਭਾਵੈ। ਹਾਂ, ਮਹਾਰਾਜ ਜੀ ਦੀ ਇੱਕ ਬਾਣੀ ਹੈ ਚੰਡੀ ਚਰਿਤਰ। ਹੋਰ ਵੀ ਬਾਣੀਆਂ ਸਤਿਗੁਰੂ ਜੀ ਨੇ ਉੱਥੇ ਫਿਰ ਉਚਾਰੀਆਂ। ਹਰਿਦੇ ਵਿਚਾਰੈ ਬਹੁਤ ਕਿਰਪਾਲਾ। ਤੇ ਕਿਰਪਾਲੂ, ਕਿਰਪਾ ਦੇ ਘਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਜੀ ਆਪਣੇ ਮਨ ਵਿੱਚ ਨਾ ਵਿਚਾਰ ਕਰਦੇ ਰਹਿੰਦੇ ਆ। ਹਾਂਜੀ, ਚਹੈ ਰਚਨ ਕੋ ਪੰਥ ਵਿਸਾਲਾ। ਹੁਣ ਵੇਖੋ, ਸਾਡੀ ਸੋਚ ਸਾਡੇ ਤੱਕ ਸੀਮਤ ਹੁੰਦੀ ਜੀ। ਅਸੀਂ ਆਪਣੇ ਤੱਕ ਸੀਮਤ ਹਾਂ। ਬਹੁਤੀ ਗੱਲ ਕੋਈ ਬੰਦਾ ਇਹ ਸੋਚ ਲੂਗਾ ਵੀ ਮੈਂ ਹੁਣ ਆਹ ਕੰਮ ਕਰ ਲਿਆ, ਇੱਥੇ ਪੱਕਾ ਹੋ ਜਾ, ਇੰਜ ਕਰ ਲਾਂ, ਉਂਝ ਕਰ ਲਾਂ, ਬਸ। ਆਖੋ ਵਾਹਿਗੁਰੂ। ਵਾਹਿਗੁਰੂ। ਸਾਡੇ ਗੁਰੂ ਜੀ ਕੀ ਮਨ ਵਿੱਚ ਸੋਚਦੇ ਆ? ਮਹਾਰਾਜ ਨਾ ਆਪਣੇ ਬਾਰੇ ਸੋਚਦੇ, ਨਾ ਆਪਣੇ ਪਰਿਵਾਰ ਬਾਰੇ ਸੋਚਦੇ। ਸੱਚੇ ਪਾਤਸ਼ਾਹ ਆਪਣੇ ਹਿਰਦੇ ਵਿੱਚ ਸੋਚਦੇ ਆ ਵੀ ਪੰਥ ਸਾਜੀਏ, ਹੁਣ ਪੰਥ ਸਾਜੀਏ, ਸਮਾਂ ਆ ਗਿਆ। ਮਹਾਰਾਜ ਕਹਿੰਦੇ ਆ ਚਾਹੇ ਰਚਨ ਕੋ ਪੰਥ ਵਿਸਾਲਾ। ਪੰਥ ਵੀ ਸਾਜਣਾ ਤੇ ਬੜਾ ਵੱਡਾ ਸਾਜਣਾ ਜੀ। ਮਹਾਰਾਜ ਕਹਿੰਦੇ ਕੋਈ ਐਸਾ ਪੰਥ ਸਾਜੀਏ। ਹਾਂਜੀ, ਸੁਨ ਅਨਿਆਇ ਤੁਰਕ ਕੋ ਭਾਰੀ। ਕਿਉਂ? ਤੁਰਕ ਬੜਾ ਅਨਿਆਂ ਕਰ ਰਹੇ ਨੇ। ਹੁਣ ਵੇਖੋ ਨਾ, ਉਹ ਬੰਦਾ ਹਿੰਦੂ ਹੈ ਜੀ, ਆਪਣੇ ਧਰਮ 'ਚ ਪੱਕਾ, ਔਰੰਗਜ਼ੇਬ ਧੱਕੇ ਨਾ ਮੁਸਲਮਾਨ ਬਣਾਉਣਾ ਚਾਹੁੰਦਾ ਉਹਨੂੰ ਜੀ। ਹੋਰ ਵੀ ਬੜਾ ਅਨਿਆਂ ਮਹਾਰਾਜ ਸੁਣਦੇ ਆ। ਹੁਣ ਕਿਸਾਨੀ ਮੋਰਚਾ ਲੱਗਾ, ਸਾਡੇ ਭਰਾ ਬੈਠੇ ਆ, ਤੇ ਜਿਹੜੇ ਸੁਹਿਰਦ ਹਿਰਦੇ ਵਾਲੇ ਆ ਉਹ ਸੋਚਦੇ ਹੀ ਆ ਵੀ ਕੀ ਰਾਹ ਨਿਕਲੇ। ਇਹ ਸਾਡੇ ਭਰਾਵਾਂ ਦੀਆਂ ਜਾਨਾਂ ਜਾਣ ਦੀਆਂ, ਗੋਲੀਆਂ ਚਲਾਉਂਦੇ ਆ, ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੁੰਦਾ। ਕਿਹੜਾ ਰਾਹ ਹੋਵੇ ਜਿਹਦੇ ਨਾਲ ਸਾਨੂੰ ਸਾਡਾ ਹੱਕ ਵੀ ਮਿਲੇ, ਸਾਡੇ ਭਰਾ ਵੀ ਬਚਣ, ਸਾਡਾ ਪੰਜਾਬ ਹੱਸਦਾ ਵਸਦਾ ਰਵੇ ਜੀ। ਆਖੋ ਵਾਹਿਗੁਰੂ। ਸਾਡਾ ਪੰਜਾਬ ਹੱਸਦਾ ਵਸਦਾ ਰਵੇ। ਉਹ ਕਿਵੇਂ ਹੱਸਦਾ ਵਸਦਾ ਰਵੇਗਾ ਜੀ? ਵਿਰਲੇ ਵਿਰਲੇ ਸੋਚਦੇ ਆ। ਮਹਾਰਾਜ ਸੋਚਦੇ ਵੀ ਇਹ ਤੁਰਕ ਅਨਿਆਂ ਬੜਾ ਕਰਦੇ ਆ। ਇਹਨਾਂ ਦਾ ਅਨਿਆਂ ਦੂਰ ਕਰਨਾ, ਇਹਨਾਂ ਦਾ ਧੱਕਾ ਖਤਮ ਕਰਨਾ, ਦੁਨੀਆ ਨੂੰ ਸੁਖੀ ਕਰਨਾ। ਦੇਤ ਜਗਤ ਕੋ ਦੁਖ ਬਰਿਆਰੀ। ਇਹ ਬੜਾ ਦੁੱਖ ਦਿੰਦੇ ਦੁਨੀਆ ਨੂੰ, ਕਿਸੇ ਨਾ ਕਿਸੇ ਤਰੀਕੇ ਨਾਲ ਦੁਖੀ ਕਰੀ ਜਾਂਦੇ। ਹੁਣ ਵੀ ਤਾਂ ਦੁਖੀ ਕਰਨ ਦੇ ਦੁਨੀਆ ਨੂੰ ਜੀ। ਹਾਂਜੀ, ਰਾਜ ਤੇਜ ਜਿਮ ਸਰਬ ਵਿਨਾਸ਼ੈ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਨ ਵਿੱਚ ਫੁਰਨਾ ਬਣਾਉਂਦੇ ਵੀ ਤੁਰਕਾਂ ਦਾ ਰਾਜ ਹੈ, ਪਹਿਲਾਂ ਰਾਜ ਖਤਮ ਕਰਨਾ ਇਹਨਾਂ ਦਾ। ਐਸਾ ਕੰਮ ਕਰੀਏ ਜਿਹਦੇ ਨਾਲ ਔਰੰਗਜ਼ੇਬ ਦਾ ਰਾਜ ਖਤਮ ਹੋ ਜਾਏ। ਹਾਂਜੀ, ਪੰਥ ਖਾਲਸਾ ਸੁਖਦ ਪ੍ਰਕਾਸ਼ੈ। ਤੇ ਗਰੀਬ ਨਵਾਜ ਸਤਿਗੁਰੂ ਜੀ ਨਾ ਫਿਰ ਵਿਸ਼ੇਸ਼ ਕਰਕੇ ਫੁਰਨਾ ਬਣਾਉਂਦੇ ਆ ਵੀ ਪੰਥ ਸਾਜਣਾ, ਜਿਸ ਪੰਥ ਦਾ ਨਾਮ ਰੱਖਣਾ ਖਾਲਸਾ। ਆਖੋ ਵਾਹਿਗੁਰੂ। ਖਾਲਸਾ। ਖਾਲਸਾ ਸ਼ਬਦ ਜਿਹੜਾ ਇਹ ਖਾਲਸ ਤੋਂ ਬਣਿਆ ਗੁਰਮੁਖੋ। ਖਾਲਸ ਦਾ ਅਰਥ ਹੁੰਦਾ ਸ਼ੁੱਧ। ਉਹ ਪੰਥ ਜਿਹੜਾ ਸ਼ੁੱਧ ਹੋਵੇ, ਜਿਹਦੇ ਵਿੱਚ ਮਿਲਾਵਟ ਨਾ ਹੋਵੇ, ਜਿਹੜਾ ਵਾਹਿਗੁਰੂ ਦੇ ਰਸਤੇ ਤੁਰਦਾ ਹੋਵੇ, ਜਿਹੜਾ ਕਿਸੇ ਨਾਲ ਧੱਕਾ ਨਾ ਕਰੇ, ਜਿਹੜਾ ਸਭ ਦੀ ਹਿਮਾਇਤ ਕਰੇ। ਖਾਲਸਾ ਮਹਾਰਾਜ ਨੇ ਸਾਜਿਆ। ਪਹਿਲੇ ਸਮੇਂ 'ਚ ਲੋਕੀ ਟ੍ਰੇਨਾਂ 'ਚ ਜ਼ਿਆਦਾ ਸਫ਼ਰ ਕਰਦੇ ਹੁੰਦੇ ਸੀ, ਹੁਣ ਵੀ ਬੜਾ ਕਰਦੇ। ਮੁਸਲਮਾਨ ਹਿੰਦੂ ਵੀਰ ਉਸ ਡੱਬੇ ਵਿੱਚ ਆਪਣੀਆਂ ਧੀਆਂ ਭੈਣਾਂ ਬੱਚੀਆਂ ਨੂੰ ਬਿਠਾ ਕੇ ਖੁਸ਼ ਹੁੰਦੇ ਸੀ, ਜਿੱਥੇ ਪੱਗ ਵਾਲਾ ਸਰਦਾਰ ਬੈਠਾ ਹੁੰਦਾ ਸੀਗਾ ਜੀ। ਕਿਉਂਕਿ ਪਤਾ ਜੇ ਸਰਦਾਰ ਜੀ ਹੈਗੇ ਆ ਨਾ, ਤੇ ਸਾਡੀ ਬੱਚੀ ਦੀ ਇੱਜ਼ਤ ਜਿਹੜੀ ਆ ਉਹ ਸੇਫ ਹੈਗੀ ਆ ਜੀ। ਮਹਾਰਾਜ ਨੇ ਕਿਹਾ ਐਸਾ ਪੰਥ ਖਾਲਸਾ ਸਾਜੀਏ ਜਿਹੜਾ ਸਾਰਿਆਂ ਨੂੰ ਸੁੱਖ ਦੇਵੇ। ਇਤਿਆਦਿਕ ਇਤਿਆਦਿਕ ਪ੍ਰਭ ਚਿਤਵਤ ਰਹੈ। ਮਹਾਰਾਜ ਸੱਚੇ ਪਾਤਸ਼ਾਹ ਨਾ ਇਸ ਤਰੀਕੇ ਨਾਲ ਸਤਿਗੁਰੂ ਜੀ ਸੋਚਦੇ ਰਹਿੰਦੇ ਆ, ਫੁਰਨਾ ਬਣਾਉਂਦੇ ਰਹਿੰਦੇ। ਕੋਈ ਵੀ ਕੰਮ ਹੁੰਦਾ ਪਹਿਲਾਂ ਦਿਮਾਗ 'ਚ ਬਣਦਾ ਜੀ। ਆਹ ਕੈਮਰਾ ਬਣਿਆ ਪਹਿਲਾਂ ਕਿਸੇ ਦਿਮਾਗ ਦੇ ਵਿੱਚ ਬਣਿਆ ਵੀ ਇੱਦਾਂ ਦੀ ਕੋਈ ਚੀਜ਼ ਹੋਵੇ ਜਿਹੜੀ ਰਿਕਾਰਡ ਕਰੀਏ ਸਾਰਾ ਕੁਝ।
ਮਾਈਕ ਬਣਿਆ ਪਹਿਲਾਂ ਕਿਸੇ ਦੇ ਦਿਮਾਗ 'ਚ ਬਣਿਆ, ਫਿਰ ਇੱਥੇ ਬਣਿਆ ਜੀ। ਸਤਿਗੁਰੂ ਜੀ ਦੀ ਵਿਚਾਰ ਵਿੱਚ ਪਹਿਲਾਂ ਖਾਲਸਾ ਬਣਿਆ ਜੀ। ਖਾਲਸਾ ਕਿਹੋ ਜਿਹਾ ਹੋਵੇ ਜੀ? ਖਾਲਸਾ ਸੋ ਜੋ ਨਿਰਧਨ ਕੋ ਪਾਲੈ ਹੈ, ਭਰਿਆਂ ਨੂੰ ਨਾ ਭਰੇ, ਗਰੀਬਾਂ ਨੂੰ ਭਰੇ, ਉਹ ਖਾਲਸਾ ਹੈ। ਖਾਲਸਾ ਸੋ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਤੇ ਫਿਰ ਖਾਲਸੇ ਨੂੰ ਮਾਣ ਵੀ ਮਹਾਰਾਜ ਨੇ ਦਿੱਤਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ। ਹਾਂਜੀ, ਚਾਹੋ ਕੁੰਟਨ ਤੇ ਨਰਗਨ ਆਵੇ। ਇਸ ਤਰ੍ਹਾਂ ਫਿਰ ਮਹਾਰਾਜ ਬੈਠੇ ਸੋਚਦੇ ਰਹਿੰਦੇ, ਫੁਰਨਾ ਬਣਾਉਂਦੇ ਰਹਿੰਦੇ ਆ। ਚਾਰੇ ਪਾਸਿਆਂ ਤੋਂ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੀਆਂ ਨੇ ਜੀ। ਅਨਕ ਅਕੋਰਨ ਕੋ ਅਰਪਾਵੇ। ਬੜੇ ਭੇਟਾਵਾਂ ਸਤਿਗੁਰੂ ਜੀ ਨੂੰ ਭੇਟਾ ਕਰਦੀਆਂ ਨੇ। ਬਸਨ ਵਿਭੂਖਣ ਹੈ ਹਥਿਆਰ। ਕੱਪੜੇ, ਹਥਿਆਰ, ਗਹਿਣੇ, ਹਾਂਜੀ, ਵਸਤ ਅਜਾਇਬ ਦਰਬ ਉਦਾਰ। ਹੋਰ ਵੀ ਅਜਾਇਬ ਵਸਤੂਆਂ ਜਿਨ੍ਹਾਂ ਵਰਗੀਆਂ ਹੋਰ ਨਹੀਂ ਸੀ ਹੁੰਦੀਆਂ ਜੀ। ਐਸੀਆਂ ਚੀਜ਼ਾਂ ਸਿੱਖ ਆਪਣੇ ਸਤਿਗੁਰੂ ਜੀ ਨੂੰ ਭੇਟਾ ਕਰਦੇ। ਮਨੋ ਕਾਮਨਾ ਪਾਏ ਸਿਧਾਰੈ। ਹਾਂਜੀ, ਕੀਰਤ ਚਾਰੋਂ ਵਰਨ ਉਚਾਰੈ। ਫਿਰ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ। ਸੋਹਣੇ ਹੀ ਇੰਨੇ ਗੁਰੂ ਗੋਬਿੰਦ ਸਿੰਘ ਜੀ ਵੀ ਜਿਹੜਾ ਦਰਸ਼ਨ ਕਰਦਾ ਨਾ ਜੀ, ਉਹ ਫਿਰ ਮਹਿਮਾ ਹੀ ਕਰਦਾ ਮਹਾਰਾਜ ਦੀ ਜੀ, ਸਿਫਤਾਂ ਕਰਦਾ ਹੋਇਆ ਜਾਂਦਾ ਜੀ। ਹਾਂਜੀ, ਪੀਰ ਅਜ਼ਮਤੀ ਆਏ ਅਨੇਕੈ। ਬੜੇ ਬੜੇ ਕਰਾਮਾਤੀ ਪੀਰ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ। ਮੁਸਲਮਾਨ ਨਹੀਂ, ਜਿਹੜੇ ਪੀਰ ਹੁੰਦੇ ਨਾ, ਬੜੇ ਬੜੇ ਕਰਾਮਾਤੀ ਪੀਰ ਮਹਾਰਾਜ ਕੋਲ ਆਉਂਦੇ। ਬਾਪ ਖੁਦਾਏ ਲੱਖ ਮਸਤਕ ਟੇਕੈ। ਤੇ ਜਦੋਂ ਉਹ ਆ ਕੇ ਪਰਖਦੇ ਨਾ, ਉਹ ਵੇਖਦੇ ਕਿ ਇਹ ਤਾਂ ਖੁਦਾ ਦਾ ਰੂਪ ਨੇ। ਸਾਧ ਸੰਗਤ ਜੀ, ਗੁਰੂ ਸਾਹਿਬ ਤੇ ਬੜੇ ਵੱਡੇ ਜੀ। ਸਤਿਗੁਰੂ ਜੀ ਦੇ ਸਿੱਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਨਾਮ ਤੁਸੀਂ ਬੜੀ ਵਾਰੀ ਸੁਣਿਆ ਜੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਅੱਗੇ ਹਿੰਦੂ ਵੀ ਮੱਥਾ ਟੇਕਦੇ ਸੀ ਤੇ ਮੁਸਲਮਾਨ ਵੀ ਜੀ। ਹਿੰਦੂਆਂ ਨੂੰ ਪੁੱਛਿਆ, ਤੁਸੀਂ ਹਿੰਦੂ ਹੋ, ਇਹ ਬਾਬਾ ਅਤਰ ਸਿੰਘ ਸਿੱਖ ਹੈ, ਤੁਸੀਂ ਇਹਨੂੰ ਕਿਉਂ ਮੱਥਾ ਟੇਕਦੇ ਹੋ? ਉਹ ਪਤਾ ਕੀ ਕਹਿੰਦੇ? ਕਹਿੰਦੇ ਇਹਨਾਂ ਦੇ ਹੱਥਾਂ ਦੀਆਂ ਰੇਖਾਵਾਂ ਅਵਤਾਰਾਂ ਨਾਲ ਰਲਦੀਆਂ ਨੇ। ਮੁਸਲਮਾਨਾਂ ਨੂੰ ਪੁੱਛਿਆ ਵੀ ਤੁਸੀਂ ਮੁਸਲਮਾਨ ਹੋ, ਤੁਸੀਂ ਇਹਨਾਂ ਦੀ ਕਦਮ ਬੋਸੀ ਕਰਦੇ, ਇਹਨਾਂ ਦੇ ਪੈਰ ਚੁੰਮਦੇ ਹੋ, ਕਿਉਂ? ਉਹ ਕਹਿੰਦੇ ਇਹਨਾਂ ਦੇ ਚਰਨਾਂ ਦੀਆਂ ਰੇਖਾਵਾਂ ਸਾਡੇ ਵਲੀਆਂ, ਸਾਡੇ ਪੀਰਾਂ ਨਾਲ ਰਲਦੀਆਂ ਨੇ। ਤੇ ਜੇ ਸੰਤ ਅਤਰ ਸਿੰਘ ਜੀ ਦਾ ਐਡਾ ਪ੍ਰਤਾਪ, ਤੇ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਬਾਜਾਂ ਵਾਲੇ ਦਾ ਕਿੰਨਾ ਪ੍ਰਤਾਪ ਹੋਏਗਾ ਜੀ। ਵੱਡੇ ਵੱਡੇ ਪੀਰ ਹੁੰਦੇ, ਪਰਖਦੇ ਔਰ ਕਹਿ ਜਾਂਦੇ ਇਹ ਤਾਂ ਖੁਦਾ ਧਰਤੀ ਤੇ ਆਇਆ ਹੈ। ਆਖੋ ਸ੍ਰੀ ਵਾਹਿਗੁਰੂ। ਅਜੇ ਕਿ ਮੁਸਲਮਾਨ ਪੀਰ ਜਿਹੜੇ ਆ ਨਾ, ਉਹ ਕਿਸੇ ਨੂੰ ਖੁਦਾ ਨਹੀਂ ਤੇ ਕਹਿੰਦੇ ਛੇਤੀ। ਖੁਦਾ ਨਹੀਂ ਤੇ ਉਹ ਕਹਿੰਦੇ ਖੁਦਾ ਲਾ ਸ਼ਰੀਕ ਹੈ। ਪਰ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਕਹਿੰਦੇ ਖੁਦਾ ਧਰਤੀ ਤੇ ਆਇਆ। ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ। ਹਾਂਜੀ, ਪ੍ਰਸ਼ਨ ਉੱਤਰ ਕਰ ਉਰ ਹਰਖਾਵੇ। ਸਵਾਲ ਵੀ ਕਰਦੇ ਜੀ। ਉਹ ਕਿਸੇ ਬੰਦੇ ਦੀ ਲਿਆਕਤ ਚੈੱਕ ਕਰਨੀ, ਕੁਐਸਚਨ ਕਰਕੇ ਪਤਾ ਲੱਗ ਜਾਂਦਾ ਜੀ। ਉਹ ਫਿਰ ਜਦੋਂ ਉੱਤਰ ਸੁਣਦੇ ਨਾ, ਉਹਨਾਂ ਦਾ ਦਿਲ ਬੜਾ ਖੁਸ਼ ਹੁੰਦਾ ਜੀ। ਹਾਂਜੀ, ਕਿਤਕ ਨਿਕਟ ਰਹਿ ਸੇਵ ਕਮਾਵੇ। ਕਈ ਤਾਂ ਮੁਸਲਮਾਨ ਪੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਖੁਦਾ ਜਾਣ ਕੇ ਨਾ, ਜਿਨ੍ਹਾਂ ਦੀ ਅੱਖ ਸੀ ਸਿਆਣਨ ਵਾਲੀ, ਜਿਨ੍ਹਾਂ ਦੀ ਅੱਖ ਸੀ ਪਛਾਣ ਵਾਲੀ, ਉਹ ਮਹਾਰਾਜ ਨੂੰ ਖੁਦਾ ਜਾਣ ਕੇ ਫਿਰ ਪੱਕੇ ਹੀ ਆਨੰਦਪੁਰ ਸਾਹਿਬ ਵਿੱਚ ਰਹਿ ਪਏ ਜੀ। ਕਹਿੰਦੇ ਅਸੀਂ ਨਹੀਂ ਕਿਤੇ ਹੋਰ ਜਾਣਾ। ਜਿਹਨੂੰ ਖੁਦਾ ਮਿਲ ਗਿਆ ਉਹਨੇ ਕਿਤੇ ਹੋਰ ਕੀ ਕਰਨ ਜਾਣਾ ਜੀ। ਹਾਂਜੀ, ਤੇ ਮਹੀਂ ਬਹੁ ਜੋਗੀ ਸੰਨਿਆਸੀ। ਇਸੇ ਤਰੀਕੇ ਨਾਲ ਬੜੇ ਜੋਗੀ,
ਬੜੇ ਬੜੇ ਸੰਨਿਆਸੀ ਦਿਪਤ ਤੇਜ ਤੇ ਆਵਹਿ ਪਾਸੀ। ਉਹ ਜਦੋਂ ਆ ਕੇ ਵੇਖਦੇ ਤਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਚੋਂ ਪ੍ਰਕਾਸ਼ ਨਜ਼ਰ ਆਉਂਦਾ ਜੀ। ਇਹ ਸਾਧ ਸੰਗਤ ਦੀ ਅੱਖ ਹੁੰਦੀ, ਅੱਖ। ਆਮ ਤੌਰ ਤੇ ਰਾਮ ਜੀ ਦੀ, ਕ੍ਰਿਸ਼ਨ ਜੀ ਦੀਆਂ ਫੋਟੋਆਂ ਜਿਹੜੀਆਂ ਬਣੀਆਂ ਨੇ, ਅਵਤਾਰਾਂ ਦੀਆਂ ਫੋਟੋਆਂ ਜਿਹੜੀਆਂ ਬਣਾਉਂਦੇ ਤਾਂ ਉਹਦੇ ਪਿੱਛੇ ਨਾ ਚਿੱਟੀ ਜੀ ਰੌਸ਼ਨੀ ਵਿਖਾਉਂਦੇ ਜੀ ਚਿਹਰੇ ਪਿੱਛੇ। ਇਹਨੂੰ ਧਰਮ ਦੀ ਦੁਨੀਆ 'ਚ ਔਰਾ ਕਹਿੰਦੇ ਜੀ, ਔਰਾ। ਹਰ ਬੰਦੇ ਦਾ ਆਪੋ ਆਪਣਾ ਔਰਾ ਹੁੰਦਾ ਜੀ, ਹਰ ਬੰਦੇ ਦਾ, ਇਕੱਲੇ ਅਵਤਾਰਾਂ ਦਾ ਨਹੀਂ, ਹਰ ਬੰਦੇ ਦਾ ਜੀ। ਕਮਾਈ ਵਾਲੇ ਪੁਰਸ਼ ਵੇਖ ਲੈਂਦੇ ਆ, ਨਾਮ ਜਪਣ ਵਾਲੇ। ਉਹ ਫਿਰ ਜੋਗੀ ਤਪੀ ਸੰਨਿਆਸੀ ਆ ਕੇ ਵਹਿੰਦੇ ਤੇ ਜਦੋਂ ਮਹਾਰਾਜ ਦਾ ਚਿਹਰਾ ਵਹਿੰਦੇ ਆ ਨਾ, ਉਹਨਾਂ ਨੂੰ ਇਉਂ ਲੱਗਦਾ ਜਿਵੇਂ ਚਿਹਰੇ ਵਿੱਚੋਂ ਪ੍ਰਕਾਸ਼ ਨਿਕਲ ਰਿਹਾ, ਇੰਜ ਲੱਗਦਾ ਹੈ। ਜਪੀ ਤਪੀ ਭੇਖ ਵੈਰਾਗੀ। ਬੜੇ ਬੜੇ ਜਪੀ ਲੋਕ ਆਉਂਦੇ ਜੀ, ਬੜੇ ਬੜੇ ਤਪੀ, ਬੜੇ ਬੜੇ ਬੈਰਾਗੀ ਭੇਸ ਧਾਰਨ ਕਰਨ ਵਾਲੇ ਆਉਂਦੇ ਜੀ ਮਹਾਰਾਜ ਕੋਲ। ਦਰਸੈ ਪ੍ਰਭ ਕੋ ਜੋ ਬੜ ਭਾਗੀ। ਉਹ ਵੱਡਿਆਂ ਭਾਗਾਂ ਵਾਲੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ। ਜਿੰਨੇ ਤੁਸੀਂ ਬੈਠੇ ਜੇ, ਭਾਗ ਤੁਹਾਡੇ ਵੀ ਨਹੀਂ ਘੱਟ ਹੈਗੇ ਜੀ, ਤੁਹਾਡੇ ਵੀ ਵੱਡੇ ਭਾਗ ਨੇ, ਤੁਸੀਂ ਮਹਾਰਾਜ ਦੇ ਚਰਨਾਂ 'ਚ ਬੈਠੇ ਹੋ। ਹੱਥ ਜੋੜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੱਡਿਆਂ ਭਾਗਾਂ ਵਾਲੇ ਜਪੀ ਤਪੀ, ਜਿਨ੍ਹਾਂ ਦਾ ਜਪ ਤਪ ਸਫਲ ਹੁੰਦਾ ਨਾ ਜੀ, ਉਹ ਫਿਰ ਮਹਾਰਾਜ ਦੇ ਦਰਸ਼ਨ ਕਰਦੇ ਜੀ। ਹਾਂਜੀ, ਰਚੇ ਅਨਕ ਛੰਦਨ ਕੀ ਬਾਣੀ। ਧੰਨ ਮਹਾਰਾਜ ਸੱਚੇ ਪਾਤਸ਼ਾਹ ਬੜੀ ਸੋਹਣੀ ਦਸਮ ਗ੍ਰੰਥ ਜੀ ਦੀ ਬਾਣੀ ਰਚਦੇ ਨੇ। ਸੁੰਦਰ ਰਸ ਸ਼ਿੰਗਾਰ ਕੇ ਸਾਨੀ। ਜਿਹੜੀ ਬੜੀ ਸੁੰਦਰ ਹੈ, ਬੜੀ ਰਸ ਵਾਲੀ ਹੈ। ਕਿਤੇ ਪੜ੍ਹ ਕੇ ਤੇ ਵੇਖੋ ਮਹਾਰਾਜ ਦੀ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਭਾਰ ਗਨੀ ਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਦਬ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਬਾਣੀ ਉਚਾਰਦੇ ਮਹਾਰਾਜ। ਕਿੰਨੇ ਪੜ੍ਹਨੀ ਸੀ? ਗੁਰਸਿੱਖਾਂ ਹੀ ਪੜ੍ਹਨੀ ਸੀ, ਪਰ ਛੱਡ ਦਿੱਤੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ। ਰੋਗਨ ਤੇ ਅਰ ਸੋਗਨ ਤੇ, ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ, ਕਹਾਵਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦੈ ਕਰ, ਪਾਪ ਸੰਬੂਹ ਨ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਮਹਾਰਾਜ ਦੀ ਅੰਮ੍ਰਿਤ ਬਾਣੀ। ਮਹਾਰਾਜ ਕਹਿੰਦੇ, ਉਹ ਬੰਦਿਆ, ਰੱਬ ਤੈਨੂੰ ਕਿੱਥੇ ਕਿੱਥੇ ਬਚਾਉਂਦਾ ਹੈ। ਪਰਮੇਸ਼ਰ ਨੂੰ ਮੰਨਿਆ ਕਰ, ਤਰਕ ਨਾ ਕਰਿਆ ਕਰ। ਕਹਿੰਦੇ ਉਹ ਤਾਂ ਮਾਤਾ ਦੇ ਪੇਟ ਦੇ ਅੰਦਰ ਵੀ ਬਚਾ ਲੈਂਦਾ ਹੈ। ਰੋਗਨ ਤੇ ਅਰ ਸੋਗਨ ਤੇ, ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਬੜੇ ਤਰੀਕਿਆਂ ਨਾਲ ਬਚਾਉਂਦਾ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਪਰਮੇਸ਼ਰ ਦੇ ਜਦੋਂ ਗੁਣ ਦੱਸਦੇ, ਇੰਨੀ ਸੋਹਣੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ। ਹਾਂਜੀ, ਵਰਣਨ ਕਰੇ ਬਹੁਤ ਰਸ ਵੀਰ। ਫਿਰ ਵੀਰ ਰਸ ਵਾਲੀ ਬਾਣੀ ਵੀ ਮਹਾਰਾਜ ਉਚਾਰਨ ਕਰਦੇ ਜੀ। ਹਾਂਜੀ, ਵਿੱਚ ਸੰਗਰਾਮ ਧਰਨ ਪਟ ਭੀ ਧੀਰ। ਜਿਸ ਬਾਣੀ ਨੂੰ ਸੁਣ ਕੇ ਡੌਲੇ ਫੜਕਣ ਲੱਗ ਪੈਂਦੇ ਆ ਜੀ, ਦਸਮ ਜੀ ਦੀ ਬਾਣੀ ਨੂੰ ਜੀ। ਹਾਂਜੀ, ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ। ਜਦੋਂ ਪੜ੍ਹਦੇ ਆ ਵੀਰ ਰਸ ਵਿੱਚ ਗੁਰੂ ਕੇ ਸਿੱਖ, ਕਾਇਰਾਂ ਦੇ ਵੀ ਡੋਲੇ ਫੜਕਣੇ ਲਾ ਦਿੰਦੇ ਜੀ ਉਹ ਜੀ। ਹਾਂਜੀ, ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਵੀਰ ਰਸ ਦੀ ਬਾਣੀ ਵੀ ਰਚਦੇ ਆ ਜੀ। ਹਾਂਜੀ, ਅਧਿਕ ਰੋਦਰ ਪੁਰਖਾਰਤ ਜੋਦਾ। ਵਿੱਚ ਯੋਧਿਆਂ ਦਾ ਵੀ ਮਹਾਰਾਜ ਯਤਨ ਕਰਦੇ, ਵਾਹਿਗੁਰੂ ਜ਼ਿਕਰ ਕਰਦੇ ਆਪਣੀ ਬਾਣੀ ਵਿੱਚ। ਲੱਗਿਆ ਸ਼ਸਤਰ ਜਿਮ ਵੱਢ ਹੈ ਕਰੋਧਾ। ਫਿਰ ਯੋਧੇ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਦੇ ਆ, ਅਭਿਆਸ ਕਰਦੇ ਆ,
ਕਮਾਉਂਦੇ ਆ ਮਹਾਰਾਜ ਦੀ ਬਾਣੀ ਨੂੰ ਜੀ। ਜਿਸ ਤੇ ਬਖਤਾ ਅਰ ਸ਼ਰੋਤਾਨ, ਹਾਂਜੀ। ਬਦੈ ਵੀਰਤਾ ਮਨ ਮੈਂ ਆਨ। ਤੇ ਸਾਧ ਸੰਗਤ ਜੀ ਫਿਰ ਯੋਧੇ ਜਦੋਂ ਪੜ੍ਹਦੇ ਆ ਨਾ, ਉਹਨਾਂ ਵਿੱਚ ਸੂਰਬੀਰਤਾ ਜਾਗਦੀ। ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰਬੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਣੰ ਦੁਰਮਤ ਦਰਣੰ ਕਿਲ ਵਿਖ ਹਰਣੰ ਆਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਤੇਗੰ। ਮਹਾਰਾਜ ਦੀ ਬਾਣੀ ਗੁਰੂ ਕੇ ਸਿੱਖ ਪੜ੍ਹਦੇ ਆ, ਵੀਰ ਰਸ ਆਉਂਦਾ ਹੈ ਜੀ। ਹਾਂਜੀ। ਕੋ ਅਸ ਕਾਇਰ ਹਵੈ ਜਗ ਮਾਹੀ, ਕਹਿੰਦੇ ਕੋਈ ਇਹੋ ਜਿਹਾ ਬਹੁਤਾ ਡਰਾਕਲ ਜਿਹਾ ਬੰਦਾ ਹੋਵੇਗਾ, ਸੁਨ ਪਠ ਹਵੈ ਉਤਸ਼ਾਹ ਨਾ ਜਾਹੀ। ਜਿਹਨੂੰ ਦਸਵੇਂ ਪਾਤਸ਼ਾਹ ਦੀ ਬਾਣੀ ਸੁਣ ਕੇ ਪੜ੍ਹ ਕੇ ਉਤਸ਼ਾਹ ਨਹੀਂ ਪੈਦਾ ਹੁੰਦਾ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਤੇ ਡਰਾਕਲਾਂ ਦੀ ਗਿਣਤੀ ਜ਼ਿਆਦਾ ਵਧੀ ਜੀ। ਉਹ ਕਹਿੰਦੇ ਨਾ ਨਾ ਇਹ ਬਾਣੀ ਨਹੀਂ ਪੜ੍ਹਨੀ, ਇਹ ਨਹੀਂ ਬਾਣੀ ਪੜ੍ਹਨੀ। ਵੇਖ ਲਓ ਭਾਈ ਸੰਤੋਖ ਸਿੰਘ ਲਿਖ ਰਹੇ, ਕਹਿੰਦੇ ਕੋ ਅਸ ਕਾਇਰ ਹੋਇ ਜਗ ਮਾਹੀ, ਕੋਈ ਬਹੁਤਾ ਵੱਡਾ ਕਾਇਰ ਹੋਏਗਾ ਇਸ ਦੁਨੀਆ 'ਚ, ਜਿਹਨੂੰ ਗੁਰੂ ਤੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹ ਕੇ ਜਿਹਦੇ ਡੌਲੇ ਨਹੀਂ ਫੜਕਦੇ ਜੀ, ਜਿਹਦੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ। ਰਣ ਮਹਿਮਾ, ਰਣ ਮਹਿਮਾ ਕੋ ਕਹੈ ਮਹਾਨੀ। ਮਹਾਰਾਜ ਜੰਗ ਦੀ ਮਹਿਮਾ ਵੀ ਦੱਸਦੇ ਜੀ। ਹਾਂਜੀ। ਚਾਹਬੋ ਸਭ ਨਰ ਆ ਯੁੱਧ ਪਾਨੀ। ਹਾਂ, ਕਹਿੰਦੇ ਮਹਾਰਾਜ ਦੀ ਬਾਣੀ ਪੜ੍ਹ ਕੇ ਸੁਣ ਕੇ ਤੇ ਆਮ ਜੇ ਬੰਦੇ ਉਹ ਵੀ ਹਥਿਆਰ ਧਾਰਨ ਕਰਨ ਲੱਗ ਪਏ ਸੀਗੇ ਜੀ। ਆਮ ਜੇ ਬੰਦੇ ਇੱਧਰ ਨਾ ਸੋਹੀਆਂ ਪਿੰਡ ਸੀ, ਸੋਹੀਆਂ ਪਿੰਡ ਹੈਗਾ ਜੀ। ਸੋਹੀਆਂ ਪਿੰਡ 'ਚ ਇੱਕ ਬੜਾ ਭਜਨੀਕ ਪੁਰਸ਼ ਹੈ, ਉਸ ਸਿੰਘ ਦਾ ਨਾਮ ਹੈ ਬਾਬਾ ਸੰਤੋਖ ਸਿੰਘ। ਬੜੇ ਸਿੰਘਾਂ ਨੂੰ ਉਹਨਾਂ ਸੰਥਿਆ ਕਰਾਈ ਜੀ, ਬੜੀ ਸਾਦਗੀ ਜੀ ਤੇ ਰਹਿੰਦੇ ਜੀ। ਤੇ ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਦਾ ਲੈਕਚਰ ਸੁਣ ਲਿਆ ਜੀ ਉਹਨਾਂ ਨੇ ਜੀ। ਉਹ ਮਹਾਂਪੁਰਖ ਦਸਮ ਗ੍ਰੰਥ ਦੀ ਬਾਣੀ ਨੂੰ ਪੜ੍ਹਦੇ ਸੀਗੇ ਜੀ। ਬਾਣੀ ਦਾ ਅਭਿਆਸ, ਤਕਰੀਰ ਨਾਲ ਗੱਲ ਕਰਨੀ। ਸੰਤ ਜਰਨੈਲ ਸਿੰਘ ਜੀ ਦਾ ਲੈਕਚਰ ਸੁਣ ਲਿਆ, ਤਕਰੀਰ ਸੁਣ ਲਈ, ਤੇ ਬਾਬਾ ਸੰਤੋਖ ਸਿੰਘ ਜਿਹੜਾ ਕਿਸੇ ਨਾਲ ਉੱਚੀ ਗੱਲ ਨਹੀਂ ਸੀ ਕਰਦਾ, ਉਹ ਵੀ ਤਲਵਾਰ ਤਿੱਖੀ ਕਰਨ ਲੱਗ ਪਿਆ ਜੀ। ਘਰ ਵਾਲੇ ਕਹਿੰਦੇ ਅੱਜ ਇਹਨੇ ਸੰਤਾਂ ਦਾ ਲੈਕਚਰ ਸੁਣ ਲਿਆ ਜੀ। ਮਹਾਰਾਜ ਦੀ ਬਾਣੀ ਇਹੋ ਜਿਹੀ ਹੈ ਜੀ, ਪੜ੍ਹਨ ਵਾਲੇ ਨੂੰ ਯੋਧਾ ਬਣਾ ਦਿੰਦੀ ਹੈ ਜੀ। ਹਾਂਜੀ। ਆਨ ਕਵੀ ਬੋ ਪਾਸ ਥਿਰੇ ਹੈ, ਅਨਕ ਭਾਂਤ ਕੀ ਗਿਰਾ ਕਰੇ ਹੈ। ਆਨ ਕਵੀ ਬਹੁ ਪਾਸ ਥਿਰੇ ਹੈ, ਹੋਰ ਵੀ ਬੜੇ ਕਵੀ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਆ, ਉਹ ਕਵਿਤਾਵਾਂ ਰਚਦੇ ਆ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਰਹਿ ਕੇ। ਅਨਕ ਭਾਂਤ ਕੀ ਗਿਰਾ ਕਰੇ ਹੈ। ਹਾਂ, ਕਵਿਤਾਵਾਂ ਰਚਦੇ ਆ। ਹਾਂਜੀ। ਮਨ ਭਾਵਤ ਬਹੁ ਲਹੈ ਪਦਾਰਥ। ਉਹ ਫਿਰ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਮਹਾਰਾਜ ਦਿੰਦੇ ਜੀ ਉਹਨਾਂ ਨੂੰ ਜੀ। ਲਓ ਭਾਈ, ਜੋ ਤੁਹਾਡਾ ਚਿੱਤ ਕਰਦਾ। ਦਰਬ ਦੀਹਲੇ ਪੁਰਵੈ ਸਵਾਰਥ। ਉਹਨਾਂ ਨੂੰ ਮਾਇਆ ਮਿਲਦੀ ਜੀ, ਉਹਨਾਂ ਦੇ ਸਵਾਰਥ ਪੂਰੇ ਹੁੰਦੇ ਜੀ। ਭਾਰਤ ਕੇ ਗਨ ਪਰਬ ਉਧਾਰਾ। ਹਾਂ, ਮਹਾਭਾਰਤ ਗ੍ਰੰਥ ਜਿਹੜਾ ਬੜਾ ਵੱਡਾ ਗ੍ਰੰਥ ਮੰਨਿਆ ਗਿਆ ਜੀ। ਹਾਂਜੀ। ਜਿਨ ਮੈਂ ਵਰਨਿਓ ਜੰਗ ਅਖਾਰਾ। ਜਿਸ ਗ੍ਰੰਥ ਵਿੱਚ ਜੰਗ ਦਾ ਹੀ ਸਾਰਾ ਵਰਣਨ ਹੈਗਾ ਜੀ, ਕੌਰਵਾਂ ਦਾ ਤੇ ਪਾਂਡਵਾਂ ਦਾ ਜੀ। ਕੁਰੂਕਸ਼ੇਤਰ ਦੀ ਧਰਤੀ ਤੇ ਜੰਗ ਹੋਇਆ ਜੀ ਉਹ ਜੀ। ਹਾਂਜੀ। ਸੋ ਕਵੀਨ ਤੇ ਕਹਿ ਬਨਵਾਈ। ਮਹਾਰਾਜ ਕਹਿਣ ਲੱਗੇ ਮਹਾਭਾਰਤ ਦਾ ਯੁੱਧ ਲਿਖੋ ਸਾਰਾ। ਕਵੀਆਂ ਨੂੰ ਕਿਹਾ ਕਵਿਤਾ ਵਿੱਚ ਲਿਖੋ ਸਾਰਾ ਯੁੱਧ। ਹਾਂਜੀ। ਅਨਕ ਛੰਦ ਸੁੰਦਰ ਬਿਦ ਗਾਏ। ਉਹਨਾਂ ਫਿਰ ਬੜੇ ਸੋਹਣੇ ਛੰਦ ਵਰਤ ਕੇ ਤੋਂ ਯੁੱਧ ਲਿਖਿਆ ਜੀ ਸਾਰਾ। ਹਾਂ। ਸ਼੍ਰੀ ਅਜੀਤ ਸਿੰਘ ਆਨੰਦ ਬਿਲੰਦ। ਹਾਂ, ਹੁਣ ਗੱਲ ਧਿਆਨ ਨਾਲ ਸੁਣਨ ਵਾਲੀ ਜੇ। ਆਖੋ ਵਾਹਿਗੁਰੂ। ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਘੋੜਸਵਾਰੀ ਕਰਦੇ, ਗੱਲ ਨੂੰ ਸਮਝਣ ਲੱਗ ਪਏ ਜੀ। ਜਦੋਂ ਮਹਾਰਾਜ ਵੀਰ ਰੱਸੀ ਬਾਣੀ ਪੜ੍ਹਦੇ ਨਾ, ਤੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਲਾਗੇ ਬਿਠਾਉਂਦੇ ਜੀ। ਸੁਣੋ ਬਾਣੀ, ਮਹਾਰਾਜ ਕਹਿੰਦੇ ਇਹ ਉਹ ਯੋਧਾ ਹੈ ਜਿਹਨੂੰ 300 ਤੋਂ ਵੱਧ ਫੱਟ ਲੱਗਣੇ ਆ ਜੰਗ ਵਿੱਚ, ਪਰ ਪਛਾਣ ਨਹੀਂ ਹੋਏ ਬਾਬਾ ਅਜੀਤ ਸਿੰਘ ਜੀ। ਅੱਗੇ ਵੱਧ ਕੇ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਅਜੀਤ ਸਿੰਘ ਜੀ ਨੇ। 1.25 ਲੱਖ ਨਾਲ ਮੁਕਾਬਲਾ ਕਰਨ ਵਾਲਾ ਯੋਧਾ ਹੈ ਉਹ ਯੋਧਾ। ਉਹ ਸੂਰਮਤਾਈ ਕਿੱਥੋਂ ਪੈਦਾ ਹੋਈ? ਉਹ ਦਸ਼ਮੇਸ਼ ਜੀ ਦੀ ਬਾਣੀ ਵਿੱਚੋਂ ਪੈਦਾ ਹੋਈ।
ਮਹਾਰਾਜ ਸੱਚੇ ਪਾਤਸ਼ਾਹ ਆਪਣੇ ਲਾਗੇ ਬਿਠਾਉਂਦੇ ਉਹਨਾਂ ਨੂੰ ਜੀ। ਹਾਂਜੀ। ਬੈਠੈ ਨਿਕਟ ਪਿਤਾ ਸੁਖ ਕੰਦ, ਸੁਖ ਦਾਤੇ ਪਿਤਾ ਜੀ ਦੇ ਕੋਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਫਿਰ ਆ ਕੇ ਬੈਠਦੇ। ਹਾਂਜੀ। ਖੇਲਤ ਸ਼੍ਰੀ ਜੁਝਾਰ ਸਿੰਘ ਆਵੈ, ਖੇਡਦਿਆਂ ਜੁਝਾਰ ਸਿੰਘ ਜੀ ਵੀ ਮਹਾਰਾਜ ਕੋਲ ਆਉਂਦੇ। ਪਿਤਾ ਸਮੀਪ ਧਿਰੈ ਹਰ ਖਾਵੈ, ਮਹਾਰਾਜ ਉਹਨਾਂ ਨੂੰ ਵੀ ਲਾਗੇ ਬਿਠਾਉਂਦੇ ਜੀ। ਹਾਂਜੀ। ਅੰਕ ਬਿਕੈਦਾ ਆਲੇ ਆਵੈ, ਤੇ ਇੱਕ ਦਾਈ ਆਪਣੀ ਗੋਦ ਦੇ ਵਿੱਚ ਲੈ ਕੇ ਸ਼੍ਰੀ ਜੋਰਾਵਰ ਸਿੰਘ ਸੁਹਾਵੈ, ਬਾਬਾ ਜੋਰਾਵਰ ਸਿੰਘ ਜੀ ਨੂੰ ਵੀ ਲੈ ਕੇ ਆਉਂਦੀ ਜੀ। ਹਾਂਜੀ। ਹੇਰ ਹੇਰ ਹੋਵਤ ਬਲਿਹਾਰੀ, ਜਦੋਂ ਸਾਰੇ ਬਹਿ ਜਾਂਦੇ ਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੇਖਣ ਵਾਲੇ, ਦਰਸ਼ਨ ਕਰਨ ਵਾਲੇ ਤੇ ਨਿਹਾਲ ਹੀ ਹੋ ਜਾਂਦੇ ਜੀ। ਉਹਨਾਂ ਦਾ ਜੀ ਕਰਦਾ ਬਲਿਹਾਰ ਜਾਈਏ ਸਤਿਗੁਰੂ ਜੀ ਤੋਂ। ਹਾਂਜੀ। ਕਰੈ ਸਰਾਹਣ ਬਹੁ ਨਰ ਨਾਰੀ, ਉਹ ਬੜੀਆਂ ਸਿਫਤਾਂ ਸਤਿਗੁਰੂ ਜੀ ਦੀਆਂ ਕਰਦੇ ਜੀ ਸਾਰੇ। ਜੇਵਰ ਜਬਰ ਜੋਤ ਜਿਨਾ ਜਾਹਰ, ਹਾਂਜੀ। ਜਗਮਗ ਜਾਹਰ ਜਰੇ ਜਵਾਹਰ, ਇਸ ਤਰੀਕੇ ਨਾਲ ਬੜੇ ਬੜੇ ਜੇਵਰ ਜਵਾਹਰਾਤ ਸਾਧ ਸੰਗਤ ਜੀ ਸੰਗਤਾਂ ਭੇਟਾ ਕਰਦੀਆਂ ਜੀ। ਹਾਂਜੀ। ਵਾ ਹੂੰ। ਕਰੇ ਬਿਤਾਵਨ ਨਵਨ ਮਹੀਨੇ, ਸਮਾਂ ਇਸ ਤਰੀਕੇ ਨਾਲ ਹੋਰ ਕਾਫੀ ਬਤੀਤ ਹੋ ਗਿਆ ਜੀ। ਹਾਂਜੀ। ਫਾਗਨ ਸੁਦ ਬੁੱਧਵਾਰ ਸੁਚੀਨੇ, ਫੱਗਣ ਸੁਦੀ ਦਾ ਬੁੱਧਵਾਰ ਆਇਆ ਜੀ। ਹਾਂਜੀ। ਸੰਮਤ ਹੁਤੋ 17 ਸਿਆ, 17 ਸਈਆ 1700 ਸੰਮਤ 55 ਉਪਰ ਬਿਤ ਵਿਆ, ਤੇ 1700 ਦੇ ਉੱਤੇ 55 ਹੋਰ ਜੀ। 1755 ਬਿਕਰਮੀ ਸੰਮਤ ਬੀਤ ਰਹੀ ਹੈ। ਫੱਗਣ ਦੀ ਸੁਦੀ ਚੱਲ ਰਹੀ ਹੈ। ਬੁੱਧਵਾਰ ਵਾਲਾ ਦਿਨ ਹੈ। ਚਤੁਰਥ ਪੁੱਤਰ ਜਨਮ ਕੋ ਲੀਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਚੌਥੇ ਸਾਹਿਬਜ਼ਾਦੇ ਦਾ ਜਨਮ ਹੋਇਆ ਜੀ। ਚੌਥੇ ਸਾਹਿਬਜ਼ਾਦੇ ਦਾ। ਹਾਂਜੀ। ਬਜੀ ਵਧਾਈ ਉਮਰਾ ਨਵੀਨਾ, ਬਹੁਤ ਜ਼ਿਆਦਾ ਵਧਾਈ ਪੈਦਾ ਹੋਈ ਜੀ। ਹਾਂਜੀ। ਤਿਥ ਇਕਾਦਸ਼ੀ ਉਤਸਵ ਕੀਤੋ, ਬਹੁਤ ਵੱਡਾ ਸਾਧ ਸੰਗਤ ਜੀ ਉਦੋਂ ਫਿਰ ਚਾਅ ਕੀਤਾ ਗਿਆ। ਤਬ ਨਖਤਰ ਅਨੁਰਾਧਾ ਹੁਤੋ, ਤੇ ਭਾਈ ਸੰਤੋਖ ਸਿੰਘ ਜੀ ਨੇ ਤਾਂ ਗ੍ਰਹਿ ਨਛੱਤਰ ਵੀ ਸਾਰੇ ਲਿਖਤੇ ਜੀ। ਸਮਾਂ ਕਿਹੜਾ ਸੀਗਾ ਉਦੋਂ, ਕਿਸ ਤਰ੍ਹਾਂ ਦਾ ਮਾਹੌਲ ਸੀਗਾ। ਤੇ ਸਾਰੇ ਮਾਤਾ ਜੀਤੋ ਜੀ ਨੂੰ ਦਿੰਦੇ ਵਧਾਈਆਂ, ਮਾਤਾ ਗੁਜਰੀ ਜੀ ਨੂੰ ਦਿੰਦੇ ਵਧਾਈਆਂ, ਕਲਗੀਧਰ ਜੀ ਨੂੰ ਦਿੰਦੇ ਵਧਾਈਆਂ। ਤੇ ਸਤਿਗੁਰੂ ਜੀ ਨੂੰ ਪੁੱਛਦੇ ਮਹਾਰਾਜ ਇਸ ਪੁੱਤਰ ਦਾ ਨਾਮ ਕੀ ਰੱਖਣਾ ਹੈ। ਤੇ ਮੇਰੇ ਸਤਿਗੁਰਾਂ ਨੇ ਨਾਮ ਫਿਰ ਫਤਿਹ ਸਿੰਘ ਰੱਖਿਆ ਜੀ। ਆਖੋ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਹਾਂਜੀ। ਚਾਰੋਂ ਕੇ ਸਰੂਪ ਦੁੱਤ ਚਾਰੂ, ਫਿਰ ਸਮਾਂ ਵੱਧਦਾ ਗਿਆ। ਚਾਰੇ ਸਾਹਿਬਜ਼ਾਦਿਆਂ ਦੇ ਰੂਪ ਬੜੇ ਸੋਹਣੇ ਜੀ। ਹਾਂਜੀ। ਚਤੁਰ ਸੁਮਤ ਕੇ ਮਨੋ ਪਹਾਰੂ, ਕਹਿੰਦੇ ਚਾਰੇ ਪੁੱਤ ਸਮਝੋ ਸਿਆਣੀ ਬੁੱਧੀ ਦੇ ਪਹਾੜ ਹੀ ਨੇ। ਇੰਨੇ ਸਿਆਣੇ ਨੇ, ਕੋਈ ਆਮ ਥੋੜੀ ਬੱਚੇ ਹੈਗੇ ਜੀ। ਇਹ ਰੱਬ ਦੀਆਂ ਸ਼ਕਤੀਆਂ ਨੇ ਬੜੀਆਂ ਵੱਡੀਆਂ ਜੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਜਨਮ ਲਿਆ ਪੁੱਤ ਬਣ ਕੇ। ਹਾਂਜੀ। ਦਿਨ ਪ੍ਰਤ ਸ਼ਸਤਰਨ ਕੋ ਅਭਿਆਸਾ, ਏਦਾਂ ਮਹਾਰਾਜ ਦਾ ਪਰਿਵਾਰ ਸੰਪੂਰਨ ਹੋਇਆ ਜੀ ਪੂਰਾ ਜੀ। ਹਰ ਰੋਜ਼ ਸ਼ਸਤਰਾਂ ਦਾ ਅਭਿਆਸ ਸਤਿਗੁਰੂ ਜੀ ਕਰਦੇ ਹਨ। ਪਿਤ ਕੀ ਆਇਸ ਮੈਂ ਜਿਮ ਦਾਸਾ, ਤੇ ਪਿਤਾ ਦੀ ਵਾਹਿਗੁਰੂ ਪਿਤ ਕੀ ਆਇਸ ਮੈਂ ਜਿਮ ਦਾਸਾ। ਸਾਹਿਬਜ਼ਾਦੇ ਇਉਂ ਆਗਿਆ ਵਿੱਚ ਰਹਿੰਦੇ ਜਿਵੇਂ ਕੋਈ ਨੌਕਰ ਰਹਿੰਦਾ ਹੈ ਜੀ, ਜਿਵੇਂ ਕੋਈ ਸੇਵਕ ਰਹਿੰਦਾ ਹੈ। ਇਹ ਨਹੀਂ ਕਹਿੰਦੇ ਅਸੀਂ ਗੁਰੂ ਦੇ ਪੋਤੇ ਹਾਂ ਤੇ ਅਸੀਂ ਲਾਡਾਂ ਵਾਲੇ ਹਾਂ। ਨਹੀਂ, ਗੁਰੂ ਦੇ ਪੁੱਤ ਵੀ ਨਿਤਨੇਮ ਕਰਨਗੇ, ਉਹ ਵੀ ਸੰਗਤ ਕਰਨਗੇ, ਉਹ ਵੀ ਸੇਵਾ ਕਰਨਗੇ, ਉਹ ਵੀ ਸ਼ਸਤਰਾਂ ਦਾ ਅਭਿਆਸ ਕਰਨਗੇ। ਹਾਂਜੀ। ਔਰਤ ਦੂਜੀ ਅਬ ਪੂਰਨ ਹੋਈ, ਕਹਿੰਦੇ ਇਸ ਭਾਈ ਇਸ ਗ੍ਰੰਥ ਦੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਦੀ ਹੁਣ ਦੂਜੀ ਰੁੱਤ ਪੂਰੀ ਹੋਈ ਹੈ। ਕਹੋ ਕਥਾ ਪੁਨ ਆਗਲ ਜੋਈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਅਗਲੀ ਕਥਾ ਮੈਂ ਅੱਗੇ ਜਾ ਕੇ ਕਹਾਂਗਾ। ਦਸੋ ਗੁਰਨ ਕੇ ਚਰਨ ਮਨਾਏ, ਕਹਿਣ ਲੱਗੇ ਦੂਜੀ ਵਾਹਿਗੁਰੂ ਰੁੱਤ ਦੀ ਸੰਪੂਰਨਤਾ ਤੇ ਮੈਂ 10 ਗੁਰੂਆਂ ਦੇ ਚਰਨਾਂ 'ਚ ਮੱਥਾ ਟੇਕਦਾ। ਹਾਂਜੀ।
ਜਥਾ ਸ਼ਕਤ ਸਭ ਦਿਓ ਸੁਨਾਏ। ਜਿੰਨੀ ਮੇਰੇ 'ਚ ਪਹੁੰਚ ਹੈ, ਸ਼ਕਤੀ ਹੈ, ਉਹ ਮੈਂ ਸਾਰੀ ਕਥਾ ਸੁਣਾਈ ਹੈ। ਅੱਗੋਂ ਵੀ ਕਹਿੰਦੇ ਮਹਾਰਾਜ ਕਿਰਪਾ ਕਰਨ, ਸਾਰੀ ਕਥਾ ਅੱਗੇ ਵੀ ਹੋਏਗੀ। ਅੱਗੋਂ ਉਹਨਾਂ ਮਹਾਰਾਜ ਦੀ ਸਿਫਤ 'ਚ ਇੱਕ ਬਿੱਤ ਲਿਖਿਆ, ਸੀਰ ਨਾ ਸੁਸੰਗ ਮੈਂ ਕੁਸੰਗ ਮੈਂ ਸੰਤੋਖ ਸਿੰਘ, ਰਮਿਓ ਨਿਤ ਪਾਪਨ ਮੋ ਮਿਲਿਓ ਕਬ ਧੀਰ ਨਾ, ਧੀਰ ਨਾ ਧਰਤ ਕਾਮ ਲੰਪਟ ਕਠੋਰ, ਕੂਰ ਬੋਲਿਓ ਮੈਂ ਬਿਕਾਰਨ ਮੈਂ ਭਇਓ ਮਨ ਤੀਰ ਨਾ, ਤੀਰ ਨਾ ਪਛਾਨਿਓ ਤੁਮੈ ਦੂਰ ਨਾ ਜਾਣਿਓ ਪ੍ਰਭੂ, ਤੀਰ ਨਾ ਪਛਾਨਿਓ ਤੁਮੈ ਦੂਰ ਕਰ ਜਾਣਿਓ ਪ੍ਰਭੂ, ਆਪਨੇ ਉਧਾਰ ਕੀ ਵਿਚਾਰੀ ਤਤਬੀਰ ਨਾ, ਬੀਰ ਨਾ ਭਗਤ ਭੇਖ ਧਾਰੀ ਹਿਤ ਨਾਰੀ ਜਿਮ, ਰਾਖੀ ਪੈਜ ਤੈਸੇ ਮੇਰੀ ਹੇਰੋ ਤੱਕ ਸੀਰ ਨਾ। ਬੇਨਤੀ ਕਰਦੇ ਕਵੀ ਸੰਤੋਖ ਸਿੰਘ, ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇ ਕਦੀ ਸੰਗਤ 'ਚ ਨਹੀਂ ਸੀ ਗਿਆ, ਮੈਂ ਤਾਂ ਕੁਸੰਗਤ 'ਚ ਮਿਲਿਆ ਰਹਿਣਾ ਸਾਂ, ਪਾਪਾਂ 'ਚ ਗਲਤਾਨ ਰਹਿਣਾ ਸਾਂ, ਮੈਂ ਬਹੁਤ ਮਾੜਾ ਸਾਂ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਆਪਣੀ ਕਥਾ ਲਿਖਾਉਣੀ ਸੀ, ਮੇਰੇ ਤੇ ਕਿਰਪਾ ਕੀਤੀ, ਮੈਨੂੰ ਚਿੱਕੜ 'ਚੋਂ ਕੱਢ ਕੇ ਆਪਣੇ ਚਰਨਾਂ ਵਿੱਚ ਲੈ ਆਂਦਾ ਜੀ। ਸਿਫਤ ਕਰਦੇ ਜੀ ਮਹਾਰਾਜ ਜੀ, ਮੈਨੂੰ ਚਿੱਕੜ 'ਚੋਂ ਕੱਢ ਕੇ ਆਪਣੇ ਚਰਨਾਂ 'ਚ ਲੈ ਆਂਦਾ। ਪਰ ਫਿਰ ਵੀ ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਸਤਿਗੁਰੂ ਤੁਸੀਂ ਭਾਵੇਂ ਮੈਨੂੰ ਚਿੱਕੜ 'ਚੋਂ ਕੱਢ ਕੇ ਆਪਣੇ ਚਰਨਾਂ 'ਚ ਲੈ ਆਂਦਾ, ਪਰ ਮੈਂ ਭੁੱਲਣ ਆ ਰਿਹਾ, ਮੇਰੇ ਕੋਲੋਂ ਅਜੇ ਵੀ ਬੜੀਆਂ ਭੁੱਲਾਂ ਹੁੰਦੀਆਂ ਨੇ। ਹੇ ਗੁਰੂ ਗੋਬਿੰਦ ਸਿੰਘ ਆਪਣੇ ਸੁਭਾਅ ਨੂੰ ਵੇਖਿਓ। ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਸੁਭਾਅ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ, ਮੇਰੇ ਪਤਤ ਵੱਲ ਨਾ ਦੇਖਿਓ, ਆਪਣੇ ਸੁਭਾਅ ਵੱਲ ਵੇਖ ਕੇ ਮੇਰੀਆਂ ਭੁੱਲਾਂ ਨੂੰ ਮੁਆਫ ਕਰ ਲਿਓ। ਇੱਕ ਬਿੱਤ ਲਿਖਿਆ ਜੀ ਮਹਾਰਾਜ ਦੀ ਸਿਫਤ ਵਿੱਚ ਜੀ। ਸੋ ਅੱਗੋਂ ਜਿਵੇਂ ਪ੍ਰਸੰਗ ਹੈ ਉਹ ਸਾਧ ਸੰਗਤ ਜੀ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮਹਾਨ ਪਵਿੱਤਰ ਕਥਾ ਹੈ। ਅਤੇ 12 ਰਾਸਾਂ 6 ਰੁੱਤਾਂ ਨੇ, 12 ਰਾਸਾਂ ਦੀ ਕਥਾ ਹੋ ਗਈ ਹੈ, 6 ਰੁੱਤਾਂ ਦੀ ਕਥਾ ਵਿੱਚੋਂ 2 ਰੁੱਤਾਂ ਦੀ ਕਥਾ ਹੋ ਗਈ ਹੈ, 4 ਦੀ ਕਥਾ ਹੋ ਗਈ, ਅਤੇ ਫਿਰ ਗ੍ਰੰਥ ਦਾ ਭੋਗ ਪੈ ਜਾਣਾ ਹੈ ਜੀ। ਸੋ ਮਹਾਰਾਜ ਕਿਰਪਾ ਕਰਨ, ਪ੍ਰੇਮ ਨਾਲ ਕਥਾ ਸੁਣਿਆ ਕਰੀਏ। ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਮਿਹਰ ਕਰਨਾ, ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ।